ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹ ਅਬ ਇਹ ਏਕਲ ਹੈ ਮਮ ਤੀਰ, ਵਾਹ ਲਰਤ ਰਹਿਓ ਬਹੁ ਸਰਮਤ ਸਰੀਰ। ਉਠ ਮੈਂ ਹਤੁ ਮਹਾ ਜਸ ਪਾਉ, ਸਹਾ ਸਮੀਪ ਸੁਜਾਇ ਸੁਨਾਉ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालक, कलयुगी जीवों के उद्धार करता, साहिबे सहाबा जोत रूप हर आप, महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है इस शाम अजीजुल नवाज गरीमुल खराज पातशाह गुरु गोबिंद सिंह साहिब जी दे मुकद्दस कदमां दी खाक दे नाम करना नसीब होया। सतगुरु जी दी मेहर दा सदका बख्शिश दा सदका सोदर चौंकी दे कीर्तन रहरास आरती अरदास अते फिर साहिब जी दे पावन हुक्मनामे जब तब का बंद बेड़ुला जित लंघे वहेला, ना सरवर ना उछले ऐसा पंथ सुहेला। सतगुरु जी दे पावन हुक्मनामे आपने झोली च पाए हैं। कुछ समा होर साहिबे कमाल महिमा दे मालक मेरियां पीरियां दे दाते तन 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 गुरु हरगोबिंद साहिब महाराज जी दे पावन जीवन प्रसंग अमृत जीवन कथड़ियां राही मन गुरु चरनां नाल जुड़ सके, गुरु इतिहास विचार गुरु दीदार दा बायस बने, एकाग्रता अदब ते आनंद दी दात झोली च पै सके। इसलिए जितने माता भराता हाजरीन हाजरी भर रहे हो, पेशतर दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक श्रवण करदियां इतना प्रेम सहित आप जी ने श्रवण किया कि श्री गुरु हरगोबिंद साहिब महाराज जी ने अब्दुल खान नूं जो नवाब अखवाउंदा सी जलंधर दा,
ਉਸ ਦੇ 14,000 ਜਵਾਨਾਂ ਨੂੰ ਭਾਈ ਬਿਧੀ ਚੰਦ ਸਾਹਿਬ, ਬਹਾਦਰ ਬਿਧੀ ਚੰਦ ਜੀ, ਮਹਾਰਾਜ ਜੀ ਦੇ ਹੋਰ ਜਰਨੈਲ ਤੇ ਸਵੈਮ ਸਤਿਗੁਰੂ ਜੀ ਨੇ ਮੈਦਾਨੇ ਜੰਗ ਵਿੱਚ ਸੰਹਾਰ ਕਰ ਦਿੱਤਾ। ਔਰ ਇਸ ਢੰਗ ਦੇ ਨਾਲ ਅਬਦੁਲ ਖਾਨ ਆਪ ਵੀ ਮਹਾਰਾਜ ਜੀ ਦੇ ਨਾਲ ਜੰਗ ਕਰਦਾ ਹੋਇਆ ਯਮਲੋਕ ਪਹੁੰਚਿਆ। ਸਤਿਗੁਰੂ ਜੀ ਨੇ ਐਸਾ ਤੀਰ ਖਿੱਚ ਕੇ ਚਲਾਇਆ ਕਿ ਘੋੜੇ ਦੀ ਛਾਤੀ ਵਿੱਚ ਲੱਗਿਆ ਤੇ ਪਿਛਲੇ ਪਾਸੇ ਜਾ ਕੇ ਨਿਕਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਇੱਕ ਜਗ੍ਹਾ ਰੁਕੇ ਹੋਏ ਸਨ ਤੇ ਮਹਾਰਾਜ ਜੀ ਦੀ ਢਾਲ ਨਾਲ ਬੇਸੁਰਤ ਹੋਇਆ ਰਤਨ ਚੰਦ ਸੁੱਧ ਵਿੱਚ ਆ ਗਿਆ, ਹੋਸ਼ ਵਿੱਚ ਆ ਗਿਆ ਤੇ ਉਸਨੇ ਸੋਚਿਆ ਹੁਣ ਮੈਂ ਇਕੱਲੇ ਨੇ, ਹਨੇਰਾ ਹੈ, ਹੋਰ ਕੋਈ ਕੋਲ ਨਹੀਂ ਹੈ ਤੇ ਮੈਂ ਹੁਣੇ ਇਹਨਾਂ ਨੂੰ ਮਾਰ ਕੇ ਤੇ ਸ਼ਾਹਜਹਾਨ ਦੇ ਦਰਬਾਰ ਵਿੱਚ ਸਨਮਾਨ ਪ੍ਰਾਪਤ ਕਰਾਂਗਾ। ਪਰ ਮੂਰਖ ਇਹ ਨਹੀਂ ਸੋਚਦਾ ਵੀ 3 ਮਿਲ ਕੇ ਨਹੀਂ ਮਾਰ ਸਕੇ, 14,000 ਮਿਲ ਕੇ ਨਹੀਂ ਮਾਰ ਸਕੇ ਤੇ ਮੈਂ ਇਕੱਲਾ ਇਹਨਾਂ ਨੂੰ ਕਿਵੇਂ ਮਾਰ ਲਵਾਂਗਾ। ਇਹ ਸੋਚਿਆ ਨਹੀਂ, ਪਰ ਇਸ ਨੂੰ ਆਪਣੇ ਬਾਹੂਬਲ ਤੇ, ਆਪਣੇ ਯੁੱਧ ਅਭਿਆਸ ਤੇ, ਆਪਣੇ ਯੁੱਧ ਕਲਾ ਕੌਸ਼ਲ ਤੇ ਬੜਾ ਹੰਕਾਰ ਸੀ ਵੀ ਮੇਰੇ ਵਰਗਾ ਯੁੱਧ ਕੋਈ ਕਰ ਨਹੀਂ ਸਕਦਾ। ਇਸ ਤਰ੍ਹਾਂ ਵਿਚਾਰ ਕੇ ਤੇ ਹੌਲੀ ਹੌਲੀ ਉੱਠ ਕੇ ਖੜਾ ਹੋਇਆ ਤੇ ਮਹਾਰਾਜ ਜੀ ਨੂੰ ਇਸਨੇ ਲਲਕਾਰਿਆ, ਆਖਿਆ ਇਮ ਵਿਚਾਰ ਕਰ ਉੱਠ ਲਲਕਾਰਾ, ਠਾਂਡੋ ਰਹੋ ਨਵਾਬ ਤੈਂ ਮਾਰਾ। ਸਾਡਾ ਨਵਾਬ ਅਬਦੁਲ ਖਾਨ ਤੁਸੀਂ ਮਾਰ ਦਿੱਤਾ ਹੈ, ਸੰਘਾਰ ਦਿੱਤਾ ਹੈ। ਠਾਂਡੇ ਰਹੋ ਨਵਾਬ ਤੈਂ ਮਾਰਾ, ਨਿਜ ਕਰਤੂਤਨ ਕੋ ਫਲ ਲੀਜੈ, ਜਮ ਸਥਾਨ ਕੋ ਦੇਖਨ ਕੀਜੈ। ਤੁਸੀਂ ਸਾਡੇ ਮੇਰੇ ਪਿਤਾ ਨੂੰ, ਦੀਵਾਨ ਚੰਦੂ ਨੂੰ ਤੇ 14,000 ਸੈਨਾ ਨੂੰ ਤੇ ਨਵਾਬ ਅਬਦੁਲ ਖਾਨ ਨੂੰ ਮਾਰ ਦਿੱਤਾ ਤੇ ਹੁਣ ਉਹ ਸਾਰੇ ਜਿਹੜਾ ਜਿਤਨੇ ਕਤਲ ਹੋਏ ਨੇ ਉਹਨਾਂ ਸਾਰਿਆਂ ਦਾ ਫਲ ਮੈਂ ਤੁਹਾਨੂੰ ਦਿੰਦਾ ਤੇ ਅੱਗੇ ਭੇਜਦਾ। ਜਾਓ ਜਾ ਕੇ ਦੇਖੋ ਵੀ ਅਗਲਾ ਲੋਕ ਕਿਹੋ ਜਿਹਾ ਹੈ। ਨੰਦਨ ਸ਼ਾਹੀ ਕੇਰਾ, ਨੰਦਨ ਚੰਦੂ ਸ਼ਾਹੀ ਕੇਰਾ, ਮਹਾਂ ਕ੍ਰੋਧ ਤੇ ਸ੍ਰੀ ਗੁਰੂ ਹੇਰਾ। ਸਤਿਗੁਰੂ ਜੀ ਵੱਲ ਇਸਨੇ ਬੜੇ ਕ੍ਰੋਧ ਭਰੇ ਨੇਤਰਾਂ ਨਾਲ ਦੇਖਿਆ ਤੇ ਮਹਾਰਾਜ ਜੀ ਨੇ ਵੀਰ ਰਸੀ ਦ੍ਰਿਸ਼ਟੀ ਨਾਲ ਇਸ ਵੱਲ ਦੇਖ ਕੇ ਆਖਿਆ ਕਿ ਅਬ ਲੋ ਜੀਵਤ ਹੈ ਰਣ ਮਾਹੀ। ਹੁਣ ਤੱਕ ਤੂੰ ਮੈਦਾਨੇ ਜੰਗ ਵਿੱਚ ਜੀ ਰਿਹਾ ਹੈ, ਹਾਲੇ ਤੈਨੂੰ ਸਾਹ ਆ ਰਿਹਾ, ਬੋਲ ਰਿਹਾ ਹੈ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਮਹਾਰਾਜ। ਹਾਂਜੀ। ਨੰਦਨ ਚੰਦੂ ਸਵਾਹੀ ਕੇਰਾ। ਚੰਦੂ ਜਿਹੜਾ ਸ਼ਾਹੀ ਸੈਨਾ ਦਾ ਤੇ ਸ਼ਾਹੀ ਮਾਣ ਦਾ ਤੇ ਸ਼ਾਹੀ ਨੇੜਤਾ ਦੀ ਬੜੀ ਆਪਣੇ ਮਨ ਵਿੱਚ ਵਡਿਆਈ ਸਮਝਦਾ ਸੀ ਤੇ ਬੜਾ ਹੰਕਾਰ ਕਰਦਾ ਸੀ। ਪਰ ਭਾਈ ਸਾਹਿਬ ਜੀ ਨੇ ਇਸ ਨੂੰ ਸ਼ਾਹੀ ਦੀ ਜਗ੍ਹਾ ਸਵਾਹੀ ਲਿਖਿਆ, ਕਿਉਂਕਿ ਜਿਹੜਾ ਹੰਕਾਰ ਕਰੇ ਤੇ ਗੁਰੂ ਜਨਾਂ ਦੇ ਸਾਹਮਣੇ ਹੰਕਾਰ ਕਰੇ ਉਹਦੇ ਸਿਰ ਵਿੱਚ ਸਵਾਹ ਹੀ ਪੈਂਦੀ ਹੈ। ਭਾਵ ਉਹਨੂੰ ਸਨਮਾਨ ਨਹੀਂ ਪ੍ਰਾਪਤ ਹੁੰਦਾ, ਉਹ ਸਦਾ ਅਪਮਾਨ ਦਾ ਮੂੰਹ ਦੇਖਦਾ ਹੈ ਔਰ ਉਹਦੀ ਝੋਲੀ ਅਪਮਾਨ ਨਾਲ ਭਰਦੀ ਹੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਵੱਲ ਬੀਰ ਰਸੀ ਨੇਤਰਾਂ ਨਾਲ ਦੇਖਿਆ ਹੈ। ਅੱਗੋਂ ਸਰਵਣ ਕਰੀਏ। ਮਹਾ ਕ੍ਰੋਧ ਤੇ ਸਿਰ ਗੁਰ ਹੇਰਾ। ਗੁਰੂ ਸਾਹਿਬ ਨੂੰ ਇਸਨੇ ਬੜੇ ਕ੍ਰੋਧ ਨਾਲ ਦੇਖਿਆ, ਵੈਰ ਨਾਲ, ਈਰਖਾ ਨਾਲ, ਬਦਲਾ ਲਊ ਭਾਵਨਾ ਨਾਲ ਦੇਖਿਆ। ਤੇ ਮਹਾਰਾਜ ਜੀ ਨੇ ਬੀਰ ਰਸੀ ਦ੍ਰਿਸ਼ਟੀ ਨਾਲ ਦੇਖਿਆ ਵੀ ਗੁਰੂ ਨਾਨਕ ਦੇ ਘਰ ਤੇ ਚੜ੍ਹ ਕੇ ਆਏ। ਸਿੱਖ ਜਿਹੜਾ ਹੈ ਨਾ, ਉਹ ਆਪਣੀ ਨਿੰਦਾ ਸੁਣ ਸਕਦਾ ਹੈ, ਪਰ ਗੁਰੂ ਦੀ ਨਿੰਦਾ ਨਹੀਂ ਸੁਣ ਸਕਦਾ। ਇਹ ਬਲ ਉਸ ਨੂੰ ਗੁਰੂ ਨੇ ਹੀ ਬਖਸ਼ਿਆ। ਤੇ ਸਤਿਗੁਰੂ ਆਪ ਸਾਹਮਣੇ ਖੜੇ ਹੋਵਣ, ਮੈਦਾਨੇ ਜੰਗ ਵਿੱਚ ਹੋਵਣ, ਤੇ ਫਿਰ ਇਸ ਵੱਡੇ ਘਰ ਦੀ ਵਡਿਆਈ ਨੂੰ ਕੋਈ ਛੁਟਿਆਵੇ ਤੇ ਕਿਵੇਂ ਸੁਣਿਆ ਜਾ ਸਕਦਾ। ਇਸ ਲਈ ਮਹਾਰਾਜ ਕਦੀ ਕ੍ਰੋਧ ਵਿੱਚ ਨਹੀਂ ਆਏ। ਬੀਰ ਰਸ ਦੀ ਭਰੀ ਨਜ਼ਰ ਨਾਲ ਆਪ ਜੀ ਨੇ ਤੱਕਿਆ। ਅਬਲੋ ਜੀਵਤ ਹੈਰਣ ਮਾਹੀ। ਮਹਾਰਾਜ ਕਹਿਣ ਲੱਗੇ, ਬਈ ਰਤਨ ਚੰਦ ਤੂੰ ਹਾਲੇ ਤੱਕ ਜਿਉਂਦਾ ਹੀ ਹੈਗਾ ਤੇ ਮੈਦਾਨ 'ਚ ਹੀ ਹੈਗਾ। ਐ ਕਰਮ ਚੰਦ ਤੂੰ ਮੈਦਾਨ ਵਿੱਚ ਹੈਗਾ ਹੈ। ਅਸੀਂ ਤੇ ਢਾਲਾ ਮਾਰ ਕੇ ਤੈਨੂੰ ਇੱਕ ਵਾਰੀ ਪ੍ਰਸਾਦ ਦੇ ਦਿੱਤਾ ਸੀ, ਪਰ ਤੂੰ ਹਾਲੇ ਵੀ ਜਿਉਂਦਾ ਹੀ ਹੈ। ਨਿਜ ਸੰਗਨ ਸੰਗ ਗਮਨਿਓ ਨਾਹੀ। ਤੇ ਆਪਣੇ ਸੰਗੀਆਂ ਦੇ ਨਾਲ ਤੂੰ ਨਹੀਂ ਗਿਆ ਦੋਜ਼ਖ ਵਿੱਚ। ਭਾਵ ਜਿਸ ਰਸਤੇ, ਜਿਸ ਘਾਟ ਤੇਰੇ ਸੰਗੀ ਸਾਥੀ ਲੰਘੇ ਤੇਰੇ ਨਵਾਬ ਸਮੇਤ, ਤੂੰ ਉਹਨਾਂ ਦੇ ਨਾਲ ਨਹੀਂ ਗਿਆ, ਹਲੇ ਇੱਥੇ ਹੀ ਹੈ। ਤੋਹੇ ਉਡੀਕਤ ਹੋਏ ਅਗਾਰੀ। ਤੇ ਦੇਰ ਨਾ ਕਰ, ਤੂੰ ਵੀ ਚੱਲ, ਉਹ ਤੈਨੂੰ ਅੱਗੇ ਉਡੀਕਦੇ ਹੋਣੇ ਨੇ ਤੇਰੇ ਸਾਥੀ। ਕਿਮ ਬਿਲੰਬ ਤਿਨ ਪੀਛੇ ਧਾਰੀ। ਉਹਨਾਂ ਤੋਂ ਜ਼ਿਆਦਾ ਦੇਰ ਨਾ ਕਰ। ਤੂੰ ਕਿਵੇਂ ਉਹਨਾਂ ਦੇ ਨਾਲ ਮਿਲਣ ਤੋਂ ਦੇਰ ਕਰਦਾ ਪਿਆ? ਭਾਵ ਛੇਤੀ ਛੇਤੀ ਉਹਨਾਂ ਦੇ ਨਾਲ ਮਿਲ। ਨਿਕਟ ਆਓ ਤਿਨ ਸਾਥ ਮਿਲਾਵੈ। ਸਾਡੇ ਲਾਗੇ ਆ, ਤੈਨੂੰ ਉਹਨਾਂ ਤੇਰੇ ਵਿਛੜੇ ਹੋਏ ਸੈਨਿਕਾਂ ਨਾਲ ਮਿਲਾ ਦੇਵੀਏ। ਮੋਹਰ ਇਕਾਕੀ ਜਮਪੁਰ ਜਾਵੈ। ਨਹੀਂ ਤੇ ਫਿਰ ਇਕੱਲੇ ਨੂੰ ਹੀ ਜਮਪੁਰੀ ਜਾਣਾ ਪਏ। ਜੇ ਦੇਰ ਕਰੇਗਾ ਤੇ ਫਿਰ ਇਕੱਲਾ ਰਵੇਂਗਾ ਤੇ ਦੇਰ ਹੋ ਜਾਏਗੀ ਤੇ ਤੈਨੂੰ ਇਕੱਲੇ ਨੂੰ ਜਾਣਾ ਪਏਗਾ। ਇਮ ਕਹਤੇ ਗੁਰ ਉਪਰ ਆਇਓ। ਇਹ ਵੀ ਅੱਗੋਂ ਇਸ ਤਰ੍ਹਾਂ ਹੀ ਕਹਿੰਦਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਵੱਲ ਹਮਲਾ ਕਰਕੇ ਆਇਆ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ ਚੰਦਰਹਾਸ ਸੰਭਾਲਿਆ। ਨਾਂਗੋ ਚੰਦਰਹਾਸ ਚਮਕਾਇਓ। ਮਿਆਨ ਤੋਂ ਬਾਹਰ ਹੈ ਚੰਦਰਹਾਸ, ਮਹਾਰਾਜ ਜੀ ਨੇ ਉੱਚਾ ਕੀਤਾ ਤੇ ਉਹ ਚਮਕਿਆ ਹੈ। ਜਿਮ ਦੀਪਕ ਪਰ ਜਾਏ ਪਤੰਗ। ਇਸ ਤਰ੍ਹਾਂ ਇਹ ਮਹਾਰਾਜ ਜੀ ਦੇ ਨੇੜੇ ਆਇਆ ਜਿਵੇਂ ਦੀਪਕ ਸੋਚਦਾ ਹੈ, ਪਤੰਗਾ ਸੋਚਦਾ ਹੈ ਵੀ ਚਿਰਾਗ ਬੁਝਾ ਦੇਣ। ਬਈ ਮੈਂ ਆਪਣੇ ਪੰਖ ਫੜਾਵਾਂਗਾ ਤੇ ਮੇਰੇ ਪੰਖਾਂ ਦੀ ਹਵਾ ਨਾਲ ਬੁਝ ਜਾਏ। ਮਹਾਰਾਜ ਜੀ ਦੀ ਸੱਤਾ ਨੂੰ, ਮਹਾਰਾਜ ਜੀ ਦੀ ਤਾਕਤ ਨੂੰ, ਸਲਾਹੀਅਤ ਨੂੰ, ਤੌਫੀਕ ਨੂੰ ਘੱਟ ਕਰਕੇ ਆਂਕਦਾ ਪਿਆ। ਸਮਝਦਾ ਦੀਪਕ ਹੈ, ਪਰ ਮਹਾਰਾਜ ਤੇ ਸੂਰਜਾਂ ਦੇ ਮਹਾਂ ਸੂਰਜ ਨੇ। ਕਿਹੜਾ ਜੰਮਿਆ ਉਹਨਾਂ ਨੂੰ ਬੁਝਾਉਣ ਵਾਲਾ। ਕਰ ਹੈ ਬਿਨਾਸਨ ਆਪਣੇ ਅੰਗ। ਔਰ ਜਿਸ ਤਰ੍ਹਾਂ ਫਿਰ ਵੀ ਭਾਵੇਂ ਚਿਰਾਗ ਹੀ ਹੈ, ਅਗਨੀ ਤੇ ਹੈ ਨਾ, ਤੇ ਪਤੰਗਾ ਆਪਣੇ ਹੀ ਅੰਗ ਜਲਾ ਲੈਂਦਾ, ਆਪਣੇ ਹੀ ਪਰ ਜਲਾ ਲੈਂਦਾ ਹੈ। ਮੂਰਖ ਜਾਏ ਨੇਰ ਤਬ ਠਾਨਾ। ਇਹ ਮੂਰਖ ਨੇ ਨੇੜੇ ਹੋ ਗਿਆ ਮਹਾਰਾਜ ਜੀ। ਪਹਿਲੇ ਚੰਗੀ ਵੱਜੀ ਹੋਈ ਸੀ, ਨੱਕ ਭੱਜਿਆ ਹੋਇਆ, ਖੂਨ ਹੈਗਾ ਹੈ, ਪਰ ਫਿਰ ਵੀ ਹੰਕਾਰ ਜਿਹੜਾ ਨਾ, ਇਹ ਮਨੁੱਖ ਨੂੰ ਸਮਝ ਨਹੀਂ ਆਉਂਦਾ। ਕ੍ਰੋਧ ਤੇ ਹੰਕਾਰ ਮਨੁੱਖ ਦਾ ਸਭ ਕੁਝ ਤਹਿਸ ਨਹਿਸ ਕਰ ਦਿੰਦੇ ਹਨ। ਸਤਿਗੁਰ ਬੋਲੇ ਬਨ ਸਾਵਧਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਰਮ ਚੰਦ ਫਿਰ ਰਤਨ ਚੰਦ ਫਿਰ ਸਾਵਧਾਨ ਹੋ। ਇਹ ਨਾ ਆਖੀ ਵੀ ਮੈਨੂੰ ਬਿਨਾਂ ਦੱਸਿਆ ਹੀ ਮਾਰ ਦਿੱਤਾ ਗਿਆ, ਮੈਨੂੰ ਪਤਾ ਨਹੀਂ ਚੱਲਿਆ, ਜੰਗ ਨਹੀਂ ਹੋਇਆ। ਤੈਨੂੰ ਆਪਣੀ ਸ਼ਸਤਰ ਵਿਦਿਆ ਤੇ ਬੜਾ ਅਭਿਮਾਨ ਹੈ, ਤੇ ਅਸੀਂ ਵੀ ਤੇਰੀ ਸ਼ਸਤਰ ਵਿਦਿਆ ਦੇਖਣਾ ਚਾਹੁੰਦੇ ਹਾਂ।
ਇਸ ਲਈ ਤੂੰ ਸਾਵਧਾਨ ਹੋ, ਤਕੜਾ ਹੋ। ਕਰ ਲਿਓ ਵਾਰ ਪ੍ਰਥਮ ਬਲ ਧਰ ਕੈ। ਨਾਲੇ ਮਨ ਵਿੱਚ ਕੋਈ ਸ਼ੱਕ ਨਾ ਰਹਿ ਜਾਏ ਤੇ ਤੁਸੀਂ ਪਹਿਲੇ ਤੂੰ ਵਾਰ ਕਰ ਲੈ। ਹਾਂਜੀ, ਨਤ ਪੁੱਛੋ ਤਹਿ ਪੀਛੇ ਮਰ ਕੈ। ਬਾਬਾ ਸ਼੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਜੀ, ਕਾਰ ਸੇਵਾ ਵਾਲੇ ਮਹਾਂਪੁਰਖ, ਜਿਨ੍ਹਾਂ ਨੂੰ ਸੰਤ ਬਾਬਾ ਬਚਨ ਸਿੰਘ ਜੀ ਮਹਾਂਪੁਰਖਾਂ ਨੇ ਸੰਤ ਬਾਬਾ ਜਸਬੀਰ ਸਿੰਘ ਜੀ ਬੀਰਾ ਬਾਬਾ ਜੀ ਦੀ ਜਗ੍ਹਾ ਨਿਵਾਜ਼ ਕੇ ਸਨਮਾਨ ਦੇ ਕੇ ਤਖਤ ਪਟਨਾ ਸਾਹਿਬ ਜੀ ਦੀ ਸੇਵਾ ਵਿੱਚ ਭੇਜਿਆ ਹੈ। ਉਹ ਸੰਗਤ ਵਿੱਚ ਪਹੁੰਚੇ ਨੇ ਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਇੱਥੇ ਸਟੇਜ ਤੇ ਦਾਸ ਦੇ ਨਾਲ ਆ ਜਾਓ, ਆ ਜਾਓ, ਆ ਜਾਓ, ਬੇਨਤੀ ਮੰਨੋ, ਆ ਜਾਓ। ਸੰਗਤਾਂ ਸਾਰੀਆਂ ਆਪ ਜੀ ਦੇ ਦਰਸ਼ਨ ਕਰ ਲੈਣਗੀਆਂ ਔਰ ਕਥਾ ਸਮਾਪਤੀ ਤੋਂ ਬਾਅਦ ਆਪ ਜੀ ਨੂੰ ਸਾਰੇ ਤਖਤ ਸਾਹਿਬ ਦੇ ਪ੍ਰਬੰਧ ਵੱਲੋਂ, ਦਾਸ ਵੱਲੋਂ ਮਹਾਰਾਜ ਜੀਆਂ ਦੀ ਬਖਸ਼ਿਸ਼ ਸਰੋਪਾ ਪ੍ਰਾਪਤ ਹੋਵੇਗਾ। ਇੱਥੇ ਆ ਬਚਨ ਮੰਨੀ ਦਾ ਹੁੰਦਾ ਮਹਾਰਾਜ ਜੀ। ਚਲੋ ਇਹਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਾ ਦਿਓ। ਇਹਨਾਂ ਦੀ ਨਿਰਮਾਣਤਾ ਕਹਿੰਦੇ ਬਰਾਬਰ ਨਹੀਂ ਬੈਠਣਾ। ਇਹ ਸੰਪਰਦਾ ਦੀ ਵਡਿਆਈ ਹੈਗੀ। ਬਾਬਾ ਬੀਰਾ ਜੀ ਨੂੰ ਵੀ ਆਪ ਜੀ ਨੇ ਦੇਖਿਆ ਬਈ ਕਿਵੇਂ ਸਧਾਰਨ ਜੀਵਨ, ਸਧਾਰਨ ਬਸਤਰ, ਬਹੁਤ ਵੱਡੀ ਸੇਵਾ ਆਖਰੀ ਸਵਾਸਾਂ ਤੱਕ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਵਾਜ਼ ਕੇ ਤੇ ਆਪਣੇ ਤਖਤ ਦੀ ਸੇਵਾ ਦੀ ਵਡਿਆਈ ਬਖਸ਼ੀ। ਮਹਾਂਪੁਰਸ਼ ਆਏ ਹਨ। ਕਥਾ ਦੀ ਸਮਾਪਤੀ ਤੋਂ ਬਾਅਦ ਉਹਨਾਂ ਨੂੰ ਤਖਤ ਸਾਹਿਬ ਵੱਲੋਂ ਸਰੋਪਾਓ ਬਖਸ਼ਿਸ਼ ਹੋਣਗੇ। ਉਹਨਾਂ ਦੇ ਨਾਲ ਬਾਬਾ ਗੁਰਨਾਮ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਬਾਬਾ ਕੁਲਵੀਰ ਸਿੰਘ ਜੀ, ਇਹ ਵੀ ਪ੍ਰਮੁੱਖ ਸ਼ਖਸੀਅਤਾਂ ਮਹਾਂਪੁਰਖ ਨੇ, ਸਾਰੇ ਨਾਲ ਪਹੁੰਚੇ ਹਨ। ਤਖਤ ਸਾਹਿਬ ਜੀ ਦੇ ਜਨਰਲ ਸਕੱਤਰ ਸਰਦਾਰ ਮਹਿੰਦਰਪਾਲ ਸਿੰਘ ਜੀ ਢਿੱਲੋਂ ਤੇ ਹੋਰ ਪਟਨਾ ਸਾਹਿਬ ਜੀ ਦੀਆਂ ਪ੍ਰਮੁੱਖ ਸ਼ਖਸੀਅਤਾਂ, ਉਹਨਾਂ ਸਾਰਿਆਂ ਨੇ ਮਿਲ ਕੇ ਨਿਵਾਜਣਾ ਹੈ। ਸਰਵਣ ਕਰੀਏ। ਹਾਂਜੀ, ਨਤ ਪਛੁਤਹਿ ਪੀਛੇ ਮਰ ਕੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਤਨ ਚੰਦ ਤੈਨੂੰ ਆਪਣੀ ਸ਼ਕਤੀ, ਆਪਣੀ ਯੁੱਧ ਕਲਾ ਕੌਸ਼ਲ ਦਾ ਬੜਾ ਅਭਿਮਾਨ ਹੈ। ਇਸ ਲਈ ਪਹਿਲਾ ਵਾਰ ਵੀ ਤੂੰ ਹੀ ਕਰ ਲੈ, ਬਾਅਦ 'ਚ ਤੈਨੂੰ ਪਛਤਾਪ ਨਾ ਰਹਿ ਜਾਏ ਬਈ ਮੈਨੂੰ ਦੱਸਿਆ ਨਹੀਂ, ਮੈਨੂੰ ਸਾਵਧਾਨ ਨਹੀਂ ਹੋਣ ਦਿੱਤਾ। ਸੁਨਤ ਵਾਰ ਕੀ ਨਸ ਤਬ ਆਏ। ਮਨ ਵਿੱਚ ਬੜਾ ਖੁਸ਼ ਹੋਇਆ ਬਈ ਸਤਿਗੁਰੂ ਜੀ ਨੂੰ ਤਾਂ ਪਤਾ ਹੀ ਨਹੀਂ ਮੇਰਾ ਬਲ ਕਿਤਨਾ ਹੈ। ਇਹਨਾਂ ਤੇ ਭੋਲੇ ਵਿਦਿਆਰਥੀਆਂ ਵਾਂਗੂ ਮੈਨੂੰ ਕਹਿ ਦਿੱਤਾ ਬਈ ਆ ਵਾਰ ਕਰ ਲੈ। ਮੈਂ ਕੋਈ ਛੋਟਾ ਮੋਟਾ ਸੂਰਮਾ ਹਾਂ ਤੇ ਮੈਂ ਹੁਣ ਇਹ ਵਾਰ ਕਰਨ ਦਾ ਦਿੱਤਾ ਮੌਕਾ ਤਿਆਗਣਾ ਨਹੀਂ। ਉਹਨੇ ਦੌੜ ਕੇ ਆ ਕੇ ਸੁਨਤ ਵਾਰ ਕੀ ਨਸ ਤਬ ਆਏ। ਇੱਕ ਗੁਜ਼ਾਰਿਸ਼ ਮੈਂ ਕਰਨਾ ਚਾਹੁੰਦਾ ਹਾਂ, ਵੱਡੀਆਂ ਹਸਤੀਆਂ ਤੇ ਵਾਰ ਨਹੀਂ ਕਰਨਾ ਚਾਹੀਦਾ। ਨਾਮ ਜਪਣ ਵਾਲੀਆਂ ਹਸਤੀਆਂ ਦਾ ਸਤਿਕਾਰ ਹੀ ਕਰਨਾ ਚਾਹੀਦਾ, ਵਾਰ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਤੇ ਕੋਈ ਵਾਰ ਕਰਦਾ ਹੈ ਤੇ ਫਿਰ ਉਹ ਜਿਹੜਾ ਵਾਰ ਹੈ ਉਸ ਤੇ ਹੀ ਸਾਰਾ ਹੋਰ ਬਲ ਨਾਲ ਆ ਕੇ ਗਿਰਦਾ ਤੇ ਉਹ ਨੇਸ ਤੋਂ ਨਾਬੂਦ ਹੋ ਜਾਂਦਾ। ਉਸ ਦੀ ਜੜ ਜਿਹੜੀ ਹੈ ਉਹ ਖਤਮ ਹੋ ਜਾਂਦੀ। ਇਸ ਮੂਰਖ ਨੇ ਆ ਕੇ ਦੌੜ ਕੇ ਪੂਰਾ ਬਲ ਲਗਾ ਕੇ ਮਹਾਰਾਜ ਜੀਆਂ ਤੇ ਵਾਰ ਕੀਤਾ ਹੈ। ਸਿਰ ਕੋ ਕਿਦੋਂ ਸਿਕੰਦ ਤਕਾਏ। ਇਸ ਨੇ ਵਾਰ ਇਸ ਤਰ੍ਹਾਂ ਕੀਤਾ ਬਈ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗਰਦਨ ਤੇ ਲੱਗੇ, ਸਿਰ ਤੇ ਲੱਗੇ, ਜਾਂ ਮਹਾਰਾਜ ਜੀ ਦੇ ਖੱਬੇ ਮੋਢੇ ਤੇ ਲੱਗ ਜਾਵੇ। ਖੜਗ ਚਲਾਇਓ ਗੁਰ ਅਵਲੋਕਾ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਢਾਲ ਮੋਢਿਆਂ ਤੇ ਪਾਈ ਹੋਈ ਤੇ ਆਪਣੀ ਖੜਗ ਤੇ ਹੀ ਇਹਦਾ ਵਾਰ ਰੋਕ ਲਿਆ। ਸਾਹਮਣੇ ਆਉਂਦਿਆਂ ਜਿਵੇਂ ਤੁਸੀਂ ਗੱਤਕਾ ਖੇਲਦੇ ਹੋਏ ਦੇਖਿਆ ਹੋਵੇਗਾ,
ਜਿਹੜੇ ਗੱਤਕਾ ਪਲੇਅਰ ਨੇ ਨਾ, ਗੱਤਕਾ ਖੇਡਣ ਵਾਲੇ ਸੂਰਮੇ, ਉਹ ਆਪਣੀ ਸੋਟੀ ਤੇ ਹੀ ਵਾਰ ਰੋਕ ਲੈਂਦੇ, ਅਗਲੇ ਦੀ ਨਜ਼ਰ ਤੇ ਬਾਜ ਵਰਗੀ ਨਜ਼ਰ ਰੱਖਦੇ। ਇਹ ਸਾਡੀ ਯੁੱਧ ਕਲਾ ਦੀ ਸ਼ੁਰੂਆਤ ਹੈਗੀ ਹੈ। ਪੁਰਾਣੇ ਸਮੇਂ 'ਚ ਸਭ ਸਿੱਖ ਯੁੱਧ ਕਲਾ ਦੇ ਅਭਿਆਸੀ ਹੁੰਦੇ ਸਨ। ਅੱਜ ਕੱਲ੍ਹ ਤੇ ਸ੍ਰੀ ਸਾਹਿਬ ਵੀ ਕੋਈ ਬਿਪਤਾ ਬਣ ਜਾਏ ਤੇ ਵਿਰਲਿਆਂ ਘਰਾਂ 'ਚ ਲੱਭਦੀ ਹੈ। 84 'ਚ ਇਸ ਤਰ੍ਹਾਂ ਹੀ ਹੋਇਆ। ਵਿਰਲਿਆਂ ਕੋਲ ਸ੍ਰੀ ਸਾਹਿਬ ਮਿਲੀ ਤੇ ਬਾਕੀ ਵਿਚਾਰੇ ਉਂਝ ਹੀ ਜਿਹੜੇ ਸੀ ਨਾ, ਉਹ ਆਪਣੇ ਪ੍ਰਾਣ ਗਵਾ ਬੈਠੇ। ਇਹ ਸਾਨੂੰ ਪ੍ਰਬੰਧਕ ਸਾਹਿਬਾਨ ਬੈਠੇ ਨੇ, ਢਿੱਲੋਂ ਜੀ, ਹੋਰ ਸਾਰੇ, ਇਹ ਸਾਨੂੰ ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਇੱਕ ਗੱਤਕਾ ਅਖਾੜਾ ਕਾਇਮ ਕਰਨਾ ਚਾਹੀਦਾ, ਜਿੱਥੇ ਗੁਰਬਾਣੀ ਦੀ ਸਿੱਖਿਆ ਜ਼ਰੂਰੀ ਹੈ, ਕੀਰਤਨ ਦੀ ਸਿੱਖਿਆ ਜ਼ਰੂਰੀ ਹੈ, ਮਹਾਰਾਜ ਜੀ ਦੀ ਮਰਿਆਦਾ ਬਾਰੇ ਪੂਰਾ ਗਿਆਨ ਹੋਵੇ, ਉਹਦੇ ਨਾਲ ਯੁੱਧ ਕਲਾ ਦਾ ਵੀ ਗਿਆਨ ਹੋਵੇ। ਐਸਾ ਨਹੀਂ ਵੀ ਕਿਧਰੇ ਫਸ ਜਾਏ ਤੇ ਉੱਥੇ ਐਵੇਂ ਬਿਨਾਂ ਮਤਲਬ ਪੰਛੀਆਂ ਦੀ ਤਰ੍ਹਾਂ ਹੀ ਮਾਰਿਆ ਜਾਏ। ਸਵੈ ਰੱਖਿਆ ਦੀ ਲੋੜ ਹੈਗੀ ਹੈ। ਨਾਨਕ ਸੋ ਪ੍ਰਭ ਸਿਮਰਿਐ ਇਸ ਦੇਹੀ ਕੋ ਪਾਲ। ਇਹ ਸਰੀਰ ਦੀ ਸੰਭਾਲ ਵੀ ਜ਼ਰੂਰੀ ਹੈ। ਬੰਦੇ ਨੂੰ ਚਾਹੀਦਾ ਹੈ ਬਈ ਉਸ ਨੂੰ ਆਪਣੇ ਸਰੀਰ ਦਾ ਬਚਾਅ ਕਰਨ ਦਾ ਢੰਗ ਆਉਂਦਾ ਹੋਵੇ। ਇਹ ਮਹਾਰਾਜ ਜੀ ਨੇ ਸਾਨੂੰ ਬਖਸ਼ੀ ਹੋਈ ਹੈ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਜੰਗ ਜਿਹੜਾ ਹੈ, ਯੁੱਧ ਜਿਹੜਾ ਹੈ, ਸੈਲਫ ਪ੍ਰੋਟੈਕਸ਼ਨ ਵਾਸਤੇ, ਉਹ ਨਿਤ ਪ੍ਰਤੀ ਯਾਦ ਰਵੇ, ਭੁੱਲੇ ਨਾ। ਇਸ ਨੂੰ ਬੜਾ ਮਾਣ ਸੀ ਬਈ ਮੈਂ ਬੜਾ ਯੋਧਾ ਹਾਂ, ਬੜਾ ਸੂਰਮਾ ਹਾਂ। ਆਪਣੇ ਖੜਗ ਪਰ ਤਿਸ ਕੋ ਰੋਕਾ। ਸਾਹਿਬ ਜੀ ਨੇ, ਗੁਰੂ ਹਰਗੋਬਿੰਦ ਸ਼ਹਿਨशाह ਦੋ ਆਲਮ ਸਤਿਗੁਰੂ ਜੀ ਨੇ, ਦਲ ਭੰਜਨ ਗੁਰੂ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ, ਸਾਹਿਬ ਜੀ ਨੇ ਆਪਣੀ ਖੜਗ ਤੇ ਹੀ ਇਹਦਾ ਵਾਰ ਰੋਕ ਲਿਆ। ਰਿਸ਼ਤੇ ਬਲ ਤੇ ਤਿਨ ਹੈ ਪ੍ਰਹਾਰਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਮੈਂ ਮਹਾਰਾਜ ਚਾਹੁੰਦੇ ਤਾਂ ਪਹਿਲੇ ਵਾਰ 'ਚ ਇਹਨੂੰ ਖਤਮ ਵੀ ਕਰ ਸਕਦੇ, ਪਰ ਇਹ ਵੀ ਸਤਿਗੁਰੂ ਸਮਾਂ ਦਿੰਦੇ ਪਏ, ਉਹਨੂੰ ਯੁੱਧ ਕਰਨ ਦਾ ਸਮਾਂ ਦੇ ਰਹੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰਨਾ ਵੀ ਸੁਭਾਗ ਨਾਲ ਪ੍ਰਾਪਤ ਹੁੰਦਾ ਹੈ ਤੇ ਮਹਾਰਾਜ ਫਿਰ ਸਮਾਂ ਦੇ ਰਹੇ ਨੇ, ਸ਼ਾਇਦ ਸਮਝ ਜਾਵੇ। ਇਹ ਕਮਜ਼ੋਰੀ ਨਹੀਂ ਹੈ ਸਤਿਗੁਰੂ ਜੀ ਦੀ, ਇਹ ਸਮਾਂ ਦੇ ਰਹੇ ਨੇ, ਦਿਆਲਤਾ ਹੈ ਬਈ ਸ਼ਾਇਦ ਇਹਦਾ ਮਨ ਬਦਲ ਜਾਵੇ। ਵਜਿਓ ਖੜਗ ਪਰ ਖੜਗ ਕਰਾਰਾ। ਇਸ ਤਰ੍ਹਾਂ ਦੇ ਨਾਲ ਫਿਰ ਦੁਬਾਰੇ ਆਪਨ ਖੜਗ ਪਰ ਤਿਸ ਕੋ ਰੋਕਾ, ਰਿਸ਼ਤੇ ਬਲ ਤੇ ਤਿਨ ਹੈ ਪ੍ਰਹਾਰਾ। ਫਿਰ ਉਹਨੇ ਦੂਜਾ ਵਾਰ ਬੜੀ ਤਾਕਤ ਨਾਲ ਕੀਤਾ। ਵਜਿਓ ਖੜਗ ਪਰ ਖੜਗ ਕਰਾਰਾ। ਤੇ ਬੜੇ ਭਿਆਨਕ ਬਲ ਨਾਲ ਉਸਨੇ, ਮਹਾਰਾਜ ਜੀ ਨੇ ਫਿਰ ਜੋ ਵਾਰ ਕੀਤਾ, ਉਹ ਮਹਾਰਾਜ ਜੀ ਦੀ ਖੜਗ ਤੇ ਫਿਰ ਵੱਜਿਆ। ਦੋਨੋਂ ਟੂਟ ਤਰਾ ਪਰ ਪਰੇ। ਬਹੁਤ ਵੱਡੇ ਮਜ਼ਬੂਤ ਸ਼ਸਤਰ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵੀ ਤੇ ਇਸ ਦਾ ਵੀ, ਤੇ ਦੋਵੇਂ ਸ਼ਸਤਰ ਟੁੱਟ ਕੇ ਜ਼ਮੀਨ ਤੇ ਡਿੱਗ ਪਏ। ਦੋਨੋਂ ਮੁਸ਼ਟ ਰਹੇ ਕਰ ਧਰੇ। ਤੇ ਦੋਵੇਂ ਪਾਸੇ ਇਸ ਰਤਨ ਚੰਦ ਦੇ ਵੀ ਤੇ ਸਤਿਗੁਰੂ ਜੀ ਦੇ ਵੀ ਹੱਥ ਵਿੱਚ ਮੁੱਠੇ ਰਹਿ ਗਏ, ਦਸਤੇ ਰਹਿ ਗਏ। ਵਿਖ ਸ੍ਰੀ ਹਰਿ ਗੋਬਿੰਦ ਵਿਚਾਰੇ। ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ। ਇਸ ਨੂੰ ਮੈਂ ਅਰਜ਼ ਕਰਾਂ, ਹਿਰਦੇ ਦੀ ਵਿਸ਼ਾਲਤਾ, ਬੁੱਧੀ ਦੀ ਉੱਤਮਤਾ। ਆਖਦੇ ਹਨ ਬਈ ਜੰਗ ਦੇ ਸਮੇਂ ਵਿੱਚ ਵੀ ਵਿਚਾਰ ਕਰਨੀ, ਨਹੀਂ ਤਾਂ ਬੰਦਾ ਕ੍ਰੋਧ ਵਿੱਚ ਵਿਚਾਰਸ਼ੀਲਤਾ ਖੋ ਜਾਂਦਾ, ਵਿਚਾਰ ਨਹੀਂ ਕਰ ਸਕਦਾ, ਉਹਨੂੰ ਨਹੀਂ ਪਤਾ ਹੁੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ, ਬਸ ਉਹ ਹਮਲਾ ਕਰਨ ਤੇ ਉਤਾਰੂ ਹੁੰਦਾ, ਆਮਾਦਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਸਾਗਰ ਹਨ, ਸੁਹਿਰਦਤਾ ਦੇ ਸਾਗਰ ਹਨ। ਉਹਨਾਂ ਨੇ ਫਿਰ ਇਹ ਵਿਚਾਰ ਕੀਤਾ, ਅਬ ਜਮ ਤਰਸੋਂ ਜੋ ਇਸ ਮਾਰੇ। ਭਾਵੇਂ ਜਮਦਾੜ ਉਹਨਾਂ ਦੇ ਕਮਰ ਕੱਸੇ ਵਿੱਚ ਹੈਗੀ ਸੀ, ਉਸ ਨਾਲ ਵਾਰ ਕਰ ਸਕਦੇ ਸਨ, ਪਰ ਉਹਦੇ ਇੱਕ ਤਲਵਾਰ ਉਹਦੀ ਟੁੱਟ ਗਈ ਸੀ। ਤੇ ਫਿਰ ਮਹਾਰਾਜ ਸੋਚਣ ਲੱਗੇ ਵੀ ਜੇ ਹੁਣ ਜਮਦਾੜ ਨਾਲ
ਇਸ ਨੂੰ ਮਾਰਿਆ ਤਾਂ ਸ਼ਸਤਰ ਮੋਤ ਤੇ ਦੁਸ਼ਟ ਮਰੈ ਹੈ। ਫਿਰ ਇਹ ਦੁਸ਼ਟ ਸਾਡੇ ਸ਼ਸਤਰ ਦੀ ਮੌਤ ਮਾਰਿਆ ਜਾਵੇ। ਇਹ ਮੌਤ ਵੀ ਮਹਾਨ ਹੁੰਦੀ ਹੈ ਕਿ ਕੋਈ ਸ਼ਸਤਰ ਨਾਲ ਜੰਗ ਵਿੱਚ ਸ਼ਹੀਦੀ ਪਾਵੇ। ਜਾਂ ਤੇ ਹਾਥਨ ਸਾਤ ਹਤੈ। ਮਹਾਰਾਜ ਕਹਿਣ ਲੱਗੇ ਹੁਣ ਹੱਥਾਂ ਨਾਲ ਹੀ ਮਰੋੜ ਕੇ ਇਹਨੂੰ ਖਤਮ ਕਰਦੇ ਹਾਂ। ਇਹ ਵੀ ਖਰਿਓ ਨਿਰਾਯੁਧ ਰਹਿਓ। ਨਾਲੇ ਇਹਦੇ ਕੋਲ ਵੀ ਕੋਈ ਸ਼ਸਤਰ ਨਹੀਂ ਹੈਗਾ, ਨਿਹੱਥਾ ਹੈ। ਹਤਨ ਸ਼ਸਤਰ ਨਹਿ ਆਛੋ ਲਹਿਓ। ਦੁਸ਼ਮਣ ਵੀ ਨਿਹੱਥਾ ਹੈ ਤੇ ਨਿਹੱਥੇ ਤੇ ਸ਼ਸਤਰ ਨਾਲ ਵਾਰ ਨਹੀਂ ਕਰਨਾ। ਇਹ ਹੋਰ ਕਿਧਰੇ ਰਾਜਿਆਂ ਮਹਾਰਾਜਿਆਂ ਦੀਆਂ ਲੜਾਈਆਂ ਪੜ੍ਹ ਲਓ। 15,000 ਯੁੱਧ ਭਿਆਨਕ ਹੋਏ ਨੇ ਪਿਛਲੇ 5,000 ਸਾਲਾਂ ਵਿੱਚ। ਸਭ ਦਾ ਇਤਿਹਾਸ ਪੜ੍ਹ ਲਓ, ਕਿਧਰੇ ਨਹੀਂ ਨਜ਼ਰ ਆਵੇਗਾ ਕਿ ਨਿਹੱਥੇ ਦੁਸ਼ਮਣ ਤੇ ਅਗਲੇ ਨੇ ਵਾਰ ਨਾ ਕੀਤਾ। ਉਸਨੇ ਸ਼ੁਕਰ ਕੀਤਾ ਬਈ ਨਿਹੱਥਾ ਹੋਇਆ ਤੇ ਇਹਨੂੰ ਖਤਮ ਕਰੋ, ਕੰਮ ਮੁਕਾਓ, ਟੰਟਾ ਮੁੱਕ ਜਾਏ। ਪਰ ਇੱਥੇ ਕੋਈ ਰਾਜਾ ਮਹਾਰਾਜਾ ਨਹੀਂ, ਇੱਥੇ ਕੋਈ ਆਮ ਯੋਧਾ ਸੂਰਬੀਰ ਨਹੀਂ। ਇੱਥੇ ਤਿੰਨਾਂ ਲੋਕਾਂ ਦੇ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਯੁੱਧ ਕਲਾ ਦੀ ਮਰਿਆਦਾ ਵੀ ਨਿਭਾ ਰਹੇ ਨੇ, ਯੁੱਧ ਖੇਤਰ ਦਾ ਨਿਯਮ ਵੀ ਨਿਭਾ ਰਹੇ ਨੇ ਬਈ ਨਿਹੱਥੇ ਤੇ ਜਮਦਾੜ ਆਦਿਕ ਸ਼ਸਤਰ ਨਾਲ ਵਾਰ ਨਹੀਂ ਕਰਨਾ। ਬਲ ਕਰ ਗਹੀ ਬਹੁ ਗੁਰ ਤਬੈ। ਗੁਰੂ ਪਾਤਸ਼ਾਹ ਜੀ ਨੇ ਬਲ ਨਾਲ ਇਹਦੀ ਕਲਾਈ ਪਕੜ, ਹੱਥ ਪਕੜ ਲਿਆ ਸਾਹਿਬ ਜੀ ਨੇ। ਯਤਨ ਛੁਟਨ ਹਿਤ ਠਾਨਤ ਸਬੈ। ਤੇ ਬੜਾ ਯਤਨ ਕੀਤਾ ਵੀ ਮਹਾਰਾਜ ਕੋਲੋਂ ਆਪਣਾ ਹੱਥ ਛੁਡਾ ਲਵਾਂ। ਜੋ ਜੋ ਢੰਗ ਹੱਥ ਛੁਡਾਉਣ ਦੇ ਹੈਗੇ ਨੇ ਨਾ ਬਈ, ਅਗਲੇ ਦੀ ਇੱਕ ਉਂਗਲ ਪਕੜ ਕੇ ਉਸ ਨੂੰ ਜ਼ੋਰ ਨਾਲ ਮਰੋੜਨਾ ਤਾਂ ਕਿ ਉਹਦਾ ਬਲ ਘੱਟ ਹੋ ਜਾਏ ਤੇ ਹੱਥ ਛੁੱਟ ਜਾਏ, ਉਹ ਸਾਰਾ ਕੁਝ ਇਹਨੇ ਕੀਤਾ। ਪਰ ਮਹਾਰਾਜ ਜੀ ਕੋਲੋਂ ਆਪਣਾ ਹੱਥ ਨਹੀਂ ਛੁਡਾ ਸਕਿਆ, ਆਪਣੀ ਬਾਂਹ ਨਹੀਂ ਛੁਡਾ ਸਕਿਆ। ਕਲਾਈ ਮਹਾਰਾਜ ਜੀ ਨੇ ਪਕੜੀ ਹੋਈ ਹੈ। ਜਿਮ ਗਜ ਸੁੰਡ ਵਿਖੈ ਗਹਿਵਾਵੈ। ਇਸ ਤਰ੍ਹਾਂ ਹੋਇਆ ਜਿਵੇਂ ਹਾਥੀ ਦੀ ਸੁੰਡ ਵਿੱਚ ਜਿਮ ਗਜ ਸੁੰਡ ਵਿਖੈ ਗਹਿਵਾਵੈ। ਹਾਂਜੀ, ਬੋਹਰ ਆਂਗ ਨਿਜ ਸਸਾ ਛੁਡਾਵੈ। ਜਿਵੇਂ ਹਾਥੀ ਦੀ ਸੁੰਡ ਨਾਲ ਹਾਥੀ ਨੇ ਖਰਗੋਸ਼ ਨੂੰ ਪਕੜ ਲਿਆ ਤੇ ਖਰਗੋਸ਼ ਹੱਥ ਪੈਰ ਮਾਰੇ ਬਈ ਮੈਂ ਛੁੱਟ ਜਾਵਾਂ, ਤੇ ਉਸ ਪਾਸੇ ਹਾਥੀ ਦਾ ਬਲ ਹੈ। ਭਾਈ ਸਾਹਿਬ ਜੀ ਸਤਿਗੁਰੂ ਜੀ ਦੇ ਵੱਡੇ ਬਲ ਦਾ ਜ਼ਿਕਰ ਕਰਦੇ ਪਏ ਨੇ ਕਿ ਭਾਵੇਂ ਤੂੰ ਕੁਝ ਕਰ ਲੈ, ਮਹਾਰਾਜ ਜੀ ਦੇ ਕੋਲੋਂ ਆਪਣੀ ਬਾਂਹ ਆਪਣੀ ਕਲਾਈ ਨਹੀਂ, ਗੁੱਟ ਨਹੀਂ ਛੁਡਾ ਸਕੇਗਾ। ਜੋਰ ਮਰੂਰ ਤੋਰ ਕਰ ਰਹਿਓ। ਬੜਾ ਜ਼ੋਰ ਲਾਉਂਦਾ ਮਹਾਰਾਜ ਜੀ ਦੀਆਂ ਉਂਗਲਾਂ ਤੋੜਨਾ ਚਾਹੁੰਦਾ ਹੈ, ਮਰੋੜਨਾ ਚਾਹੁੰਦਾ ਹੈ, ਬੜਾ ਜ਼ੋਰ ਲਾ ਰਿਹਾ ਹੈ। ਮੋਚਨ ਹੱਥ ਨਾ ਕਿਉਂ ਹੂੰ ਲਹਿਓ। ਪਰ ਕੋਈ ਤਰੀਕਾ ਨਹੀਂ ਲੱਭਿਆ ਵੀ ਮਹਾਰਾਜ ਕੋਲੋਂ ਇਹਦਾ ਗੁੱਟ ਛੁੱਟ ਜਾਏ। ਇਹ ਜ਼ੋਰ ਲਾ ਰਿਹਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਰਹੇ। ਭਾਵੇਂ ਇਹਦੇ ਨੱਕ ਵਿੱਚ ਢਾਲ ਵੱਜੀ ਹੋਈ ਹੈ, ਖੂਨ ਵੀ ਨਿਕਲ ਰਿਹਾ ਤੇ ਕ੍ਰੋਧ ਵਿੱਚ ਵੀ ਬੜਾ ਹੈ, ਅੱਖਾਂ ਵੀ ਸੁਰਖ ਹੋਈਆਂ ਨੇ ਤੇ ਆਪ ਸ਼ਬਦ ਵੀ ਬੋਲਦਾ ਹੋਵੇਗਾ, ਪਰ ਸਾਹਿਬ ਮੁਸਕਰਾ ਰਹੇ ਹਨ ਤੇ ਕਹਿੰਦੇ ਨੇ ਛੁਡਾ ਹੱਥ ਜੇ ਛੁਡਾ ਸਕਦਾ ਹੈ। ਦੂਤੀਏ ਹੱਥ ਤੇ ਓਜ ਦਿਖਾਵਤ। ਉਹ ਦੂਜੇ ਹੱਥ ਨਾਲ ਪੂਰਾ ਬਲ ਮਹਾਰਾਜ ਜੀ ਤੇ ਪ੍ਰਗਟ ਕਰ ਰਿਹਾ ਹੈ। ਸ਼ੇਰ ਅੰਕ ਜਿਉ ਮ੍ਰਿਗ ਉਤਲਾਵਤ। ਇਹਦੀ ਹਾਲਤ ਇਹ ਬਣੀ ਹੋਈ ਹੈ ਜਿਵੇਂ ਬੱਬਰ ਸ਼ੇਰ ਨੇ ਮਿਰਗੀ ਨੂੰ ਗਰਦਨ ਤੋਂ ਪਕੜ ਲਿਆ ਹੋਵੇ ਤੇ ਉਹ ਗਰਦਨ ਛੁਡਾਉਣ ਦਾ ਯਤਨ ਕਰਨ ਲਈ ਬੁੱਥੀ ਇੱਧਰ ਉੱਧਰ ਮਾਰ ਰਹੀ ਹੋਵੇ। ਤਬ ਸਤਿਗੁਰ ਕਹਿ ਕਹਿ ਕਰਦਾਏ। ਫਿਰ ਸਾਹਿਬੇ ਕਮਾਲ ਪਾਤਸ਼ਾਹ ਜੀ ਨੇ ਇਹਦਾ ਸੱਜਾ ਹੱਥ ਵੀ ਪਕੜ ਲਿਆ। ਅਲਪ ਭਾਰ ਲਖ ਲੀਨ ਉਠਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਗੁੱਟਾਂ ਤੋਂ ਪਕੜ ਕੇ ਨਾ ਦੋਵੇਂ ਹੱਥ ਪਕੜ ਲਏ ਤੇ ਦੂਜੇ ਹੱਥ ਨਾਲ ਇਸ ਨੂੰ ਇਸ ਤਰ੍ਹਾਂ ਸਿਰ ਦੇ ਉੱਪਰੋਂ ਦੀ ਚੁੱਕ ਲਿਆ। ਕਰੇ ਉਪਰਮਾਵਨ ਕੇਤਕ ਫੇਰੇ। ਤੇ ਕਈ ਵਾਰ ਮਹਾਰਾਜ ਜੀ ਨੂੰ ਇਹਨੇ ਉਧਰ ਉਧਰ ਘੁਮਾਇਆ ਹੈ, ਚੰਗੀ ਤਰ੍ਹਾਂ ਬਾਲੇ ਕੱਢ ਕੇ ਇਸ ਦੇ। ਛਿਤ ਪਛਾਰ ਕਰ ਦੀਨਸ ਗੇਰੇ। ਤੇ ਫਿਰ ਸੱਚੇ ਪਾਤਸ਼ਾਹ ਜੀ ਨੇ ਧਰਤੀ ਤੇ ਵਗਾ ਕੇ
ਇਸ ਨੂੰ ਗਿਰਾਇਆ ਪਟਕਿਆ ਹੈ। ਟੂਟ ਗਇਓ ਸਿਰ ਚੂਰਨ ਅੰਗ, ਮਹਾਰਾਜ ਜੀ ਦੇ ਸੁੱਟਣ ਨਾਲ ਇਹਦਾ ਸਿਰ ਟੁਕੜੇ ਟੁਕੜੇ ਹੋ ਗਏ ਤੇ ਬਾਕੀ ਵੀ ਸਾਰਾ ਸਰੀਰ ਜਿਹੜਾ ਹੈ ਉਹਦੀਆਂ ਹੱਡੀਆਂ ਟੁੱਟ ਗਈਆਂ। ਤਨ ਕੀ ਸੰਦ ਛੁਟੀ ਸਰਬੰਗ, ਜਿੰਨੇ ਜੋੜ ਸਨ ਸਰੀਰ ਦੇ ਉਹ ਵੀ ਸਾਰੇ ਖੁੱਲ ਗਏ ਨੇ। ਮਹਾਰਾਜ ਜੀ ਨੇ ਜਦ ਇਹਨੂੰ ਜ਼ੋਰ ਨਾਲ ਉੱਚਾ ਚੁੱਕ ਕੇ ਪਟਕਾਇਆ ਹੈ। ਇਮ ਬਿਨਾਸ ਗਨ ਸਤਰੂ ਕਰ ਕੈ, ਇਸ ਤਰ੍ਹਾਂ ਦੇ ਨਾਲ ਸਾਰੇ ਹੀ ਸ਼ਤਰੂਆਂ ਦਾ ਵਿਨਾਸ਼ ਕਰਕੇ ਹੁਣ ਚੋਹ ਦਿਸ ਮੈਂ ਭਲੇ ਨਿਹਰ ਕੈ। ਫਿਰ ਮਹਾਰਾਜ ਜੀ ਨੇ ਦੇਖਿਆ ਚਾਰੋਂ ਪਾਸੇ ਵੀ ਕੋਈ ਹੋਰ ਆਉਂਦਾ ਹੋਵੇ ਤੇ ਉਹਨੂੰ ਵੀ ਇੱਕ ਅੱਧਾ ਗੱਫਾ ਵਰਤਾ ਦੇਵੀਏ। ਰਹਿਓ ਨ ਕੋਈ ਲਰਬੇ ਜੋਗ, ਮਹਾਰਾਜ ਜੀਆਂ ਨੇ ਦੇਖਿਆ ਵੀ ਹੁਣ ਸਾਹਮਣੇ ਜੰਗ ਕਰਨ ਦੇ ਕਾਬਲ ਕੋਈ ਹੈ ਨਹੀਂ ਹੈ। ਜ਼ਖਮੀ ਪਏ ਹੋਏ ਨੇ, ਲਾਸ਼ਾਂ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ। ਉਤੇ ਜੀਅਤ ਕੁਛ ਭਾਗੇ ਲੋਗ, ਜਿਹੜੇ ਕੁਝ ਜਿਉਂਦੇ ਸਨ ਉਹ ਲੰਗੜਾਉਂਦੇ ਭੱਜੇ ਜਾ ਰਹੇ ਨੇ ਵੀ ਕਿਤੇ ਮਰ ਨਾ ਜਾਈਏ। ਭਇਓ ਅੰਧੇਰਾ ਦ੍ਰਿਸ਼ਟ ਨਾ ਪਰੈ, ਇਤਨੇ ਨੂੰ ਹਨੇਰਾ ਗਹਿਰਾ ਹੋ ਗਿਆ ਤੇ ਕੁਝ ਦਿਖਾਈ ਨਹੀਂ ਪੈ ਰਿਹਾ। ਜਹ ਕਹਿ ਤੁਰਕ ਤਰਾਸ ਕੋ ਧਰੈ, ਇੱਕ ਦੂਜੇ ਨੂੰ ਕਹਿ ਕੇ ਤੁਰਕ ਜਿੱਥੇ ਕਿੱਥੇ ਬਹੁਤ ਡਰਦੇ ਪਏ ਹਨ। ਸੂਬਾ ਮਰਿਓ ਜਾਨ ਸਭ ਲੀਨੋ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਅਬਦੁਲ ਖਾਨ, ਰਤਨ ਚੰਦ, ਕਰਮ ਚੰਦ ਸਾਰੇ ਹੀ ਮਾਰੇ ਗਏ ਹਨ। ਜੀਅਤ ਸੇਕ ਭਾਗੇ ਡਰ ਚੀਨੋ, ਤੇ ਜਿਹੜੇ ਬਾਕੀ ਬਚ ਗਏ ਸਨ ਉਹ ਡਰਦੇ ਮਾਰੇ ਭੱਜ ਗਏ ਹਨ। ਸਨੈ ਕਾਇਰ ਜਬ ਭਾਗੇ, ਇਸ ਤਰ੍ਹਾਂ ਹੌਲੀ ਹੌਲੀ ਲੰਗੜਾਉਂਦੇ ਕੁਝ ਲਾਸ਼ਾਂ ਵਿੱਚ ਰਿੜਦੇ ਲੰਮੇ ਪੈ ਕੇ ਦੁਸ਼ਟ ਸਾਰੇ ਭੱਜਦੇ ਜਾ ਰਹੇ ਹਨ। ਵਿਦਿਆ ਦੇਖਤ ਨਹਿਰਿਪ ਆਗੇ, ਤੇ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਦੇਖਿਆ ਵੀ ਹੁਣ ਕੋਈ ਜੰਗ ਕਰਨ ਵਾਲਾ ਸਾਹਮਣੇ ਬਚਿਆ ਨਹੀਂ, ਦਿਖਾਈ ਨਹੀਂ ਪੈ ਰਿਹਾ। ਗੁਰ ਸੁਧ ਹਿਤ ਪਾਛੇ ਕੋ ਮਰਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰ ਸੁਧ ਹਿਤ ਪਾਛੇ ਕੋ ਮੁਰਿਓ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਖਬਰ ਲੈਣ ਵਾਸਤੇ, ਮਿਲਣ ਵਾਸਤੇ ਬਈ ਉਹ ਕਿੱਥੇ ਨੇ, ਉਹ ਪਿਛਾਂ ਮੁੜਿਆ ਹੈ। ਸਨੈ ਆਵਤ ਹੈ ਤੁਰਿਓ, ਉਹ ਹੌਲੀ ਹੌਲੀ ਲਾਸ਼ਾਂ ਦੇ ਵਿੱਚੋਂ ਦੀ ਲੰਘਦੇ ਹੋਏ ਆ ਰਹੇ ਹਨ। ਇਮ ਸਤਿਗੁਰ ਸ਼ਰਮ ਕੋ ਕੁਛ ਠਾਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਵੀ ਸਵੇਰ ਤੋਂ ਜੰਗ ਵਿੱਚ ਹੈਗਾ ਹੈ ਤੇ ਇਸ ਤਰ੍ਹਾਂ ਸ਼ਰਮਿਤ ਹੋਇਆ ਹੈ। ਬੈਠ ਗਏ ਤਿਸ ਹੀ ਰਣ ਥਾਨ, ਉੱਤੇ ਇੱਕ ਉੱਚੀ ਜਗ੍ਹਾ ਸੀ, ਸਤਿਗੁਰੂ ਪਾਤਸ਼ਾਹ ਉੱਥੇ ਬਿਰਾਜ ਗਏ ਹਨ। ਤੀਨੋ ਮਰੇ ਨਿਕਟ ਹੀ ਪਰੇ, ਤੇ ਤਿੰਨੇ ਹੀ ਰਤਨ ਚੰਦ, ਕਰਮ ਚੰਦ ਤੇ ਅਬਦੁਲ ਖਾਨ, ਇਹ ਜਿਹੜੇ ਵੱਡੇ ਜਰਨੈਲ ਸਨ ਜਿਹਨੇ ਸਾਰਾ ਜੰਗ ਦਾ ਬੰਨ੍ਹ ਨੂੰ ਬੰਨਿਆ, ਇਹ ਤਿੰਨੇ ਮਰੇ ਲਾਗੇ ਹੀ ਮਹਾਰਾਜ ਜੀਆਂ ਦੇ ਪਏ ਹੋਏ ਹਨ। ਤਿਨ ਕੇ ਬੀਚ ਸਤਿਗੁਰੂ ਥਿਰੇ, ਉਹਨਾਂ ਦੇ ਵਿਚਕਾਰ ਹੀ ਉੱਚੀ ਜਗ੍ਹਾ ਤੇ ਮਹਾਰਾਜ ਬੈਠੇ ਹਨ। ਅਵਨ ਗਗਨ ਮਹਿ ਤਮ ਬਿਸਤਾਰਾ, ਧਰਤੀ ਤੇ ਆਸਮਾਨ ਵਿੱਚ ਬਹੁਤ ਅੰਧਕਾਰ ਹੈ, ਰਾਤ ਢਲ ਆਈ ਹੈ। ਨਹੀਂ ਨਿਕਟ ਹੀ ਪਰ ਹੈ ਨਿਹਾਰਾ, ਤੇ ਲਾਗੇ ਵੀ ਕੁਝ ਦਿਖਾਈ ਨਹੀਂ ਪੈ ਰਿਹਾ, ਇਸ ਤਰ੍ਹਾਂ ਗਹਿਰਾ ਹਨੇਰਾ ਹੈ। ਚਲਣ ਤੁਫੰਗ ਸਕਲ ਹਟ ਰਹੀ, ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ, ਚਲਨ ਤੁਫੰਗ ਸ਼ਕਲ ਹਟ ਰਹੀ। ਕੋਈ ਬੰਦੂਕ ਨਹੀਂ ਚੱਲ ਰਹੀ, ਕੋਈ ਤੀਰ ਦੀ ਆਵਾਜ਼ ਨਹੀਂ ਆ ਰਹੀ, ਕੋਈ ਯੋਧਾ ਲਲਕਾਰ ਨਹੀਂ ਰਿਹਾ, ਹਰ ਤਰ੍ਹਾਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਨੇ, ਜੰਗ ਖਤਮ ਹੋ ਗਿਆ ਹੈ। ਤੁਰਕ ਤਰਾਸ ਕਰ ਬੋਲਤ ਨਹੀਂ, ਤੇ ਜਿਹੜੇ ਕੁਝ ਤੁਰਕ ਬਚੇ ਨੇ ਉਹ ਡਰਦੇ ਮਾਰੇ ਆਵਾਜ਼ ਨਹੀਂ ਕੱਢਦੇ, ਉੱਚਾ ਸਾਹ ਨਹੀਂ ਲੈਂਦੇ ਪਏ ਬਈ ਸਾਨੂੰ ਵੀ ਨਾ ਮਾਰ ਦਿੱਤਾ ਜਾਵੇ। ਹਟੇ ਸਕਲ ਨਿਜ ਨਿਜ ਪਸਚਾਤ, ਔਰ ਇਸ ਤਰ੍ਹਾਂ ਦੇ ਨਾਲ ਸਾਰੇ ਹੀ ਆਪਣੇ ਆਪਣੇ ਅਸਥਾਨਾਂ ਨੂੰ ਮੁੜ ਪਏ ਹਨ, ਇੱਕ ਦੂਜੇ ਦੇ ਪਿੱਛੇ, ਆਪੇ ਆਪਣੇ ਪਿੱਛੇ ਵੱਲ। ਰੋਰਾ ਮਚਤ ਪਇਓ ਸਭ ਸ਼ਾਂਤ, ਤੇ ਸਾਰਾ ਜਿਹੜਾ ਰੌਲਾ ਪਿਆ ਹੋਇਆ ਸੀ ਜੰਗ ਦਾ ਉਹ ਸ਼ਾਂਤ ਹੋ ਗਿਆ। ਜਿਵੇਂ ਤੂਫਾਨ ਲੰਘ ਜਾਂਦਾ ਹੈ ਤੇ ਫਿਰ ਸ਼ਾਂਤ ਹੋ ਜਾਂਦਾ ਹੈ। ਜਾਣਿਓ ਪਰ ਨਹੀਂ ਕਿਤ ਕੋਏ, ਪਰ ਕਿਧਰ ਕੋਈ ਪਿਆ ਹੋਇਆ, ਕਿਸੇ ਕੋਈ ਬਚ ਗਿਆ ਕਿ ਮਰ ਗਿਆ ਕਿ ਜ਼ਖਮੀ ਹੋਇਆ, ਇਹ ਪਤਾ ਨਹੀਂ ਚੱਲ ਰਿਹਾ ਹਨੇਰੇ ਕਰਕੇ। ਦੂਰ ਦੂਰ ਲੋ
ਹਠ ਥਿਰ ਹੋਏ। ਸਾਰੇ ਦੂਰ ਦੂਰ ਜਾ ਖੜੇ ਹੋਏ ਹਨ, ਜਿਹੜੇ ਭੱਜੇ ਹਨ ਉਹ। ਦੋਹਰਾ ਵਿਧੀ ਚੰਦ ਤੇ ਪਰੇ ਸਿੱਖ, ਫਤਿਹ ਗੁਰੂ ਕੀ ਜਾਨ। ਵਿਧੀ ਚੰਦ ਜੀ ਤੇ ਹੋਰ ਜਿਹੜੇ ਪਰੇ ਸਿੱਖ ਹੈਗੇ ਨੇ, ਉਹ ਸਾਰਿਆਂ ਨੇ ਜਿਹੜੇ ਪਰੇ ਖਲੋਤੇ ਹੋਏ ਨੇ, ਸਾਰਿਆਂ ਨੂੰ ਪਤਾ ਚੱਲ ਗਿਆ ਵੀ ਮਹਾਰਾਜ ਜੀ ਦੀ ਫਤਿਹ ਹੋ ਗਈ ਹੈ। ਤਿਮਰ ਬਿਖੈ ਕਰ ਹੇਲ ਕੋ, ਮੇਲ ਦਿਓ ਘਮਸਾਨ। ਕਿਉਂਕਿ ਹਨੇਰੇ ਵਿੱਚ ਹੀ ਉਹਨਾਂ ਨੇ ਹੱਲਾ ਕਰਕੇ ਤੇ ਘਮਸਾਨ ਦਾ ਯੁੱਧ ਕੀਤਾ ਤੇ ਤੁਰਕੀ ਸੈਨਾ ਦਾ ਵਿਨਾਸ਼ ਹੋ ਗਿਆ। ਚੋਪਈ ਇੱਕ ਦਿਸ ਤੇ ਜਿਉ ਬਾਡਣ ਲਾਗੇ, ਇੱਕ ਪਾਸਿਓਂ ਜਿਉਂ ਵਡਾਂਗਾ ਸ਼ੁਰੂ ਕੀਤਾ ਦੁਸ਼ਟਾਂ ਦਾ, ਤਮ ਮੈਂ ਤੁਰਕ ਤਰਾਸ ਕਰ ਭਾਗੇ। ਤੇ ਹਨੇਰੇ ਦਾ ਫਾਇਦਾ ਉਠਾ ਕੇ ਕੁਝ ਭੱਜ ਵੀ ਗਏ ਹਨ। ਜਿਨ ਕੇ ਰਣ ਮਹਿ ਤੁਰੰਗ ਮਰੇ ਹੈ, ਜਿਨ੍ਹਾਂ ਦੇ ਰਣ ਵਿੱਚ ਮੈਦਾਨ ਵਿੱਚ ਘੋੜੇ ਮਰ ਗਏ ਹਨ। ਇਤ ਉਤ ਬਿਥਰੇ ਜਾਏ ਦੁਰੇ ਹੈ, ਉਹ ਇੱਧਰ ਉੱਧਰ ਖਿੱਲਰ ਗਏ ਨੇ ਤੇ ਕੁਝ ਲੁਕ ਗਏ ਹਨ। ਅਰਤ ਜਾਤ ਕੋ ਭਾਗਤ ਜਾਤ। ਕੋਈ ਮਾੜਾ ਮੋਟਾ ਜੰਗ ਵੀ ਕਰਦਾ ਜਾ ਰਿਹਾ, ਤਲਵਾਰ ਚਲਾਉਂਦਾ ਜਾ ਰਿਹਾ, ਕੁਝ ਭੱਜਦੇ ਜਾ ਰਹੇ ਹਨ। ਪਿੱਛੇ ਸਿੱਖ ਖੜਗ ਕਰ ਘਾਤ, ਉਹਨਾਂ ਦੇ ਪਿੱਛੇ ਬਹਾਦਰ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਵਿੱਚ, ਹੋਰ ਸਿੱਖ ਜਰਨੈਲਾਂ ਦੀ ਅਗਵਾਈ ਵਿੱਚ ਦੁਸ਼ਟਾਂ ਦਾ ਘਾਤ ਹੁੰਦਾ ਜਾ ਰਿਹਾ ਹੈ। ਜਾਤ ਪਿਛਾਰੀ ਕਾਟਤ ਜਬੈ, ਔਰ ਦੌੜਦੇ ਹੋਏ ਪਿੱਛੇ ਉਹਨਾਂ ਨੂੰ ਕੱਟਦੇ ਗਏ ਹਨ। ਗੁਰੂ ਦੁਹਾਈ ਬੋਲੇ ਤਬੈ, ਫਿਰ ਸੱਚੇ ਪਾਤਸ਼ਾਹ ਜੀ ਨੇ ਆਵਾਜ਼ ਦਿੱਤੀ ਹੈ। ਗੁਰੂ ਦੁਹਾਈ ਬੋਲੇ ਤਬੈ। ਉਹ ਗੁਰੂ ਪਾਤਸ਼ਾਹ ਦੀ ਦੁਹਾਈ ਵੀ ਦਿੰਦੇ ਪਏ ਨੇ ਵੀ ਸਾਨੂੰ ਛੱਡ ਦਿਓ, ਗੁਰੂ ਦੀ ਦੁਹਾਈ ਹੈ, ਛੱਡ ਦਿਓ। ਸੁਣਤ ਸਿੱਖ ਪਿਛੇ ਹਟ ਆਏ, ਗੁਰੂ ਪਾਤਸ਼ਾਹ ਜੀ ਦੀ ਆਵਾਜ਼, ਗੁਰੂ ਪਾਤਸ਼ਾਹ ਜੀ ਦੀ ਉਹਨਾਂ ਵੱਲੋਂ ਦਿੱਤੀ ਹੋਈ ਦੁਹਾਈ ਨੂੰ ਸੁਣ ਕੇ ਸਿੱਖ ਪਿਛਾਂ ਆ ਗਏ ਹਨ। ਨਹਿ ਮਾਰਨ ਹਿਤ ਹੱਥ ਉਠਾਏ, ਤੇ ਉਹਨਾਂ ਨੂੰ ਮਾਰਨ ਵਾਸਤੇ ਜਿਹੜੇ ਭੱਜਦੇ ਗਏ ਨੇ ਹੱਥ ਨਹੀਂ ਚੁੱਕਿਆ। ਜਹ ਸਤਿਗੁਰ ਡੇਰੋ ਨਿਜ ਡਾਰਾ, ਜਿੱਥੇ ਸਾਹਿਬ ਜੀਆਂ ਦਾ ਟਿਕਾਣਾ ਹੈ ਸੀ, ਤਜੇ ਦਾਸ ਤਹ ਰਾਖ ਸੁਧਾਰਾ। ਉੱਥੇ ਸਾਰਾ ਕੁਝ ਸੁਧਾਰਨ ਵਾਸਤੇ, ਠੀਕ ਠਾਕ ਕਰਨ ਵਾਸਤੇ, ਪ੍ਰਬੰਧ ਕਰਨ ਲਈ ਕੁਝ ਸੇਵਕ ਰੱਖੇ ਹਨ। ਦਿਨਹੁ ਵਿਚਾਰ ਕੀਨ ਮਨ ਮਾਹੀ, ਉਹ ਜਿਹੜੇ ਪਿੱਛੇ ਟਿਕਾਣੇ ਤੇ ਸੇਵਕ ਮਹਾਰਾਜ ਜੀ ਦੇ ਸਿੱਖ ਟਿਕੇ ਹੋਏ ਨੇ, ਲੰਗਰ ਆਦਿਕ ਬਣਾਉਣ ਲਈ, ਪ੍ਰਬੰਧ ਕਰਨ ਲਈ, ਉਹਨਾਂ ਜਦੋਂ ਦੇਖਿਆ ਵੀ ਇੰਨਾ ਸਮਾਂ ਹੋ ਗਿਆ, ਰਾਤ ਹੋ ਗਈ ਹੈ ਤੇ ਸਤਿਗੁਰੂ ਜੀ ਨਹੀਂ ਆਏ, ਤਿਮਰ ਪਇਓ ਗੁਰ ਆਗਮ ਨਾਹੀ। ਹਨੇਰਾ ਹੋ ਗਿਆ, ਸਤਿਗੁਰੂ ਪਾਤਸ਼ਾਹ ਜੀ ਨਹੀਂ ਪਹੁੰਚੇ ਹਨ। ਸੰਧਿਆ ਪਰੀ ਜਾਣ ਤਿਸ ਕਾਲਾ, ਤੇ ਬਹੁਤ ਸਮਾਂ ਹੋ ਗਿਆ ਹੈ ਰਾਤ ਦਾ। ਦਵੈ ਮਸਾਲ ਚੀ ਜਾਰ ਮਸਾਲਾ, ਤੇ ਦੋ ਮਿਸਾਲ 'ਚ ਸਿੱਖਾਂ ਨੇ ਮਿਸਾਲਾਂ ਜਲਾ ਕੇ ਪੂਰਨ ਹੀਰਨ ਕੀ ਦਿਸ ਆਏ। ਤੇ ਝਟਪਟ ਮਹਾਰਾਜ ਜੀਆਂ ਨੂੰ ਮਿਲਣ ਵਾਸਤੇ, ਉਹਨਾਂ ਨੂੰ ਲਿਆਉਣ ਵਾਸਤੇ ਜੰਗੇ ਮੈਦਾਨੇ ਜੰਗ ਵੱਲ ਆਏ ਹਨ। ਹੋ ਜਾਣ ਲਗੇ ਨਹੀਂ ਗੁਰ ਪਾਏ, ਲੱਭਦੇ ਪਏ ਨੇ ਪਰ ਮਹਾਰਾਜ ਜੀ ਇਹਨਾਂ ਨੂੰ ਮਿਲ ਨਹੀਂ ਰਹੇ। ਵਿਧੀ ਚਾਂਦ ਜੁਗ ਦੇਖ ਮਸਾਲ, ਬਾਬਾ ਬਿਧੀ ਚੰਦ ਜੀ ਨੇ ਜਦ ਦੋ ਮਿਸਾਲਾਂ ਆਉਂਦੀਆਂ ਦੇਖੀਆਂ, ਹੈ ਤਵਾਏ ਆਇਸ ਤਤਕਾਲ। ਘੋੜਾ ਦੌੜਾ ਕੇ ਕੋਲ ਆਏ ਨੇ ਵੀ ਇਹ ਕੌਣ ਹਨ ਜੋ ਮਿਸਾਲਾਂ ਲੈ ਆਏ ਹਨ। ਗੁਰ ਸੁਧ ਬੂਝਤ ਆਪਸ ਮਾਹੀ, ਇਹ ਮਹਾਰਾਜ ਜੀ ਦੀ ਖਬਰ ਪੁੱਛਦੇ ਪਏ ਨੇ ਇੱਕ ਦੂਜੇ ਨੂੰ ਵੀ ਸਤਿਗੁਰੂ ਜੀ ਕਿੱਥੇ ਹਨ। ਸਗਲ ਕਹਿਤ ਦੇਖੇ ਹਮ ਨਾਹੀ, ਤੇ ਸਾਰੇ ਸਿੱਖ ਦੱਸਦੇ ਪਏ ਨੇ ਵੀ ਸਾਨੂੰ ਨਹੀਂ ਪਤਾ ਮਹਾਰਾਜ ਜੰਗ ਕਰਦੇ ਕਰਦੇ ਕਿੱਧਰ ਨਿਕਲ ਗਏ ਹਨ। ਇਹ ਮਨ ਵਿੱਚ ਡਰ ਵੀ ਰਹੇ ਹਨ ਬਈ ਕੋਈ ਅਨਹੋਣੀ ਨਾ ਹੋ ਗਈ ਹੋਵੇ। ਚਿੰਤਾ ਅਧਿਕ ਸਭਿਨ ਕੇ ਹੋਈ, ਮਨ ਵਿੱਚ ਇਸ ਲਈ ਚਿੰਤਾ ਸਾਰਿਆਂ ਦੇ ਹੈ। ਹੋ ਜਣ ਲਗੇ ਖੇਤ ਸਭ ਕੋਈ, ਤੇ ਸਾਰੇ ਮੈਦਾਨੇ ਜੰਗ ਵਿੱਚ ਮਹਾਰਾਜ ਜੀਆਂ ਦੀ ਭਾਲ ਕਰਨ ਲੱਗ ਪਏ। ਇਤ ਉਤ ਮਹਿ ਵਿਚਰਤ ਅਸਵਾਰ, ਇੱਧਰ ਉੱਧਰ ਅਸਵਾਰ ਵੀ ਜਿਹੜੇ ਨੇ ਉਹ ਵਿਚਰ ਰਹੇ ਹਨ, ਲੱਭ ਰਹੇ ਹਨ। ਕਹਾਂ ਗੁਰੂ ਜੀ ਕਰਤ ਪੁਕਾਰ, ਤੇ ਮਹਾਰਾਜ ਜੀਆਂ ਨੂੰ ਆਵਾਜ਼ਾਂ ਦੇ ਰਹੇ, ਸੱਚੇ ਪਾਤਸ਼ਾਹ ਜੀ ਤੁਸੀਂ ਕਿੱਥੇ ਹੋ, ਸੱਚੇ ਪਾਤਸ਼ਾਹ ਜੀ ਤੁਸੀਂ ਕਿੱਥੇ ਹੋ। ਸਭ ਕੈ ਮਨ ਸੰਦੇਹ ਬਧੇਰਾ, ਤੇ ਮਹਾਰਾਜ ਜੀ ਜਦ ਨਹੀਂ ਆਵਾਜ਼ ਦੇ ਰਹੇ ਤੇ ਇਹਨਾਂ ਦੇ ਮਨ ਵਿੱਚ ਸੰਦੇਹ ਹੋਰ ਵੱਧਦਾ ਜਾ ਬਈ ਕੀ ਕਾਰਨ ਹੈ, ਕੋਈ ਮਹਾਰਾਜ ਜੀਆਂ ਨੂੰ ਜ਼ਖਮ ਨਾ ਲੱਗ ਗਿਆ ਹੋਵੇ, ਕੋਈ ਨੁਕਸਾਨ ਨਾ ਹੋਇਆ ਹੋਵੇ। ਗੁਰੂ ਨਹੀਂ ਹੇਰੇ
ਤਿਸ ਬੇਰਾ। ਇਸ ਵੇਲੇ ਮਹਾਰਾਜ ਜੀ ਦੇ ਦਰਸ਼ਨ ਕਿਉਂ ਨਹੀਂ ਹੋ ਰਹੇ, ਭਾਵ ਨਜ਼ਰ ਕਿਉਂ ਨਹੀਂ ਆ ਰਹੇ? ਖੋਜਤ ਪਰੀ ਲੋਥ ਸਮੁਦਾਏ। ਬਹੁਤ ਲਾਸ਼ਾਂ ਦੇ ਢੇਰ ਲੱਗੇ ਹੋਏ ਉੱਥੇ ਖੋਜ ਰਹੇ ਹਨ। ਬਸਰਿਓ ਸਰੋਣਤ ਪਗ ਫਿਸਲਾਏ। ਤੇ ਖੂਨ ਡੁੱਲਿਆ ਹੋਣ ਕਰਕੇ ਲਹੂ ਮਿੱਝ ਦਾ ਗਾਰਾ ਬਣਿਆ ਹੋਇਆ, ਪੈਰ ਤਿਲਕ ਰਹੇ ਹਨ। ਦਾਰੁਣ ਜੰਗ ਭੂਮਿਕਾ ਭਾਰੀ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਵੱਡਾ ਜੰਗ ਭੂਮੀ ਵਿੱਚ ਭਿਆਨਕ ਜੰਗ ਹੋਇਆ ਹੈ। ਮਰੇ ਪਰੇ ਭਟ ਹਯਨ ਹਜ਼ਾਰੀ। ਬਹੁਤ ਹਜ਼ਾਰਾਂ ਹੀ ਘੋੜੇ ਤੇ ਸੂਰਮੇ ਮਰੇ ਪਏ ਹਨ। ਰਲ ਮਿਲੇ ਸਿੱਖ ਤੁਰਕ ਕਨੇਰੇ। ਔਰ ਇਸ ਤਰ੍ਹਾਂ ਸਿੱਖਾਂ ਦੀਆਂ ਤੇ ਤੁਰਕਾਂ ਦੀਆਂ ਲਾਸ਼ਾਂ ਰਲੀਆਂ ਮਿਲੀਆਂ ਪਈਆਂ ਹਨ। ਇਤ ਉਤ ਵਿਚਰਤ ਭੇ ਸਭ ਹੇਰੇ। ਇੱਧਰ ਉੱਧਰ ਲੱਭਦਿਆਂ ਸਭ ਪਾਸੇ ਲੱਭ ਰਹੇ ਹਨ। ਕਰ ਹੈ ਮਸਾਲਨ ਕੇਰ ਪ੍ਰਕਾਸ਼। ਤੇ ਮਿਸਾਲਾਂ ਹੋਰ ਵੀ ਜਲਾ ਲਈਆਂ ਹਨ। ਇਸ ਵਿਦ ਗਏ ਗੁਰੂ ਕੇ ਪਾਸ। ਤੇ ਇਸ ਤਰ੍ਹਾਂ ਲੱਭਦਿਆਂ ਇਹਨਾਂ ਦੀਆਂ ਅੱਖਾਂ ਵਿੱਚ ਮੋٹے-ਮੋٹے ਹੰਝੂ ਵੀ ਇੱਕ ਦੂਜੇ ਨੂੰ ਇਹੀ ਪੁੱਛ ਰਹੇ ਨੇ, ਤੁਸੀਂ ਦੇਖਿਆ ਸਤਿਗੁਰੂ ਜੀ ਨੂੰ? ਤੁਹਾਨੂੰ ਪਤਾ ਹੈ ਮਹਾਰਾਜ ਕਿੱਧਰ ਹਨ? ਤੇ ਅਨਹੋਣੀ ਨਾ ਹੋ ਗਈ ਹੋਵੇ, ਇਸ ਕਰਕੇ ਸਾਰੇ ਉਦਾਸ ਹਨ ਤੇ ਮਹਾਰਾਜ ਜੀਆਂ ਦੇ ਪਾਸ ਆ ਪਹੁੰਚੇ ਹਨ। ਤੇ ਸਾਹਮਣੇ ਉੱਚੇ ਥਾਂ ਮਹਾਰਾਜ ਬਿਰਾਜੇ ਦਿਖਾਈ ਪੈ ਗਏ ਹਨ। ਅਬਦੁਲ ਖਾਨ ਮਾਰ ਢਿਗ ਥਿਰੇ। ਅਬਦੁਲ ਖਾਨ ਨੂੰ ਮਾਰ ਕੇ ਮਹਾਰਾਜ ਇੱਥੇ ਬਿਰਾਜੇ ਹੋਏ ਹਨ। ਨਿਕਟ ਅਪਰ ਮਾਰੇ ਬਹੁ ਪਰੇ। ਹੋਰ ਵੀ ਮਹਾਰਾਜ ਜੀ ਦੇ ਖੜਗ ਨਾਲ ਬਹੁਤ ਸਾਰੇ ਮਰੇ ਹੋਏ ਇੱਥੇ ਪਏ ਹਨ। ਸੰਘਰ ਕਾਏ ਕਨੇ ਲਗ ਘੋਰ। ਔਰ ਇਸ ਤਰ੍ਹਾਂ ਦੇ ਨਾਲ ਬੜਾ ਵੱਡਾ ਸੰਘਰ ਹੋਇਆ ਤੇ ਬੜੇ ਵੱਡੇ ਵੱਡੇ ਜ਼ਖਮ ਲੱਗੇ ਹਨ। ਘੋੜਿਆਂ ਨੂੰ ਵੀ ਤੇ ਇਹਨਾਂ ਨੂੰ ਵੀ ਘੋਰ ਜ਼ਖਮ ਲੱਗੇ ਹਨ। ਸੋ ਪੀ ਮਰੋ ਖੇਤ ਰਣ ਘੋਰੇ। ਔਰ ਇਸ ਤਰ੍ਹਾਂ ਦੇ ਨਾਲ ਘੋੜੇ ਵੀ ਮੈਦਾਨੇ ਜੰਗ ਵਿੱਚ ਮਰੇ ਹੋਏ ਹਨ ਸਵਾਰਾਂ ਸਮੇਤ। ਫਿਰ ਇਕਾਕੀ ਵੀਰ ਵਿਸਾਲਾ। ਔਰ ਇਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਵਿਸ਼ਾਲ ਵੀਰ ਵੀ ਮਰੇ ਪਏ ਹਨ। ਕਰੇ ਬਿਲੋਕਨ ਗੁਰ ਜਿਸ ਕਾਲਾ। ਔਰ ਸਾਹਿਬ ਜੀਆਂ ਨੇ ਜਦੋਂ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਮਰੇ ਹੋਏ ਦੇਖਿਆ ਭਏ ਪ੍ਰਫੁੱਲਿਤ ਪਾਇਨ ਪਰੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਤੇ ਸਿੱਖ ਬੜੇ ਪ੍ਰਸੰਨ ਹੋਏ ਤੇ ਮਹਾਰਾਜ ਜੀਆਂ ਦੇ ਚਰਨੀ ਆ ਪਏ ਹਨ। ਹੇਰ ਹੇਰ ਸਭ ਧੀਰਜ ਧਰੇ। ਤੇ ਆਪਣੇ ਮਾਹੀ ਸ਼ਹਿਨਸ਼ਾਹ ਦੋ ਆਲਮ ਸਤਿਗੁਰੂ ਜੀ ਦਾ ਦੀਦਾਰ ਕਰਕੇ ਤੇ ਸਭ ਦਾ ਮਨ ਧੀਰਜ ਵਿੱਚ ਆ ਗਿਆ ਹੈ। ਵਿਧੀ ਚੰਦ ਕਰ ਜੋਰ ਬਖਾਨਾ। ਬਾਬਾ ਵਿਧੀ ਚੰਦ ਜੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਿਮ ਥਿਰ ਰਹੇ ਪ੍ਰਭੂ ਰਨ ਠਾਨਾ। ਸੱਚੇ ਪਾਤਸ਼ਾਹ ਆਪ ਜੀ ਦੀ ਇਹ ਕੀ ਰਜ਼ਾ ਹੈ, ਇੱਥੇ ਮੈਦਾਨੇ ਜੰਗ ਵਿੱਚ ਬਿਰਾਜੇ ਹੋਏ ਹੋ। ਦਾਸ ਨਾ ਪਾਸ ਇਕਾਕੀ ਅਹੋ। ਪਾਤਸ਼ਾਹ ਜੀਓ ਕੋਈ ਸੇਵਕ ਸਿੱਖ ਕੋਲ ਨਹੀਂ, ਆਪ ਇਕੱਲੇ ਹੀ ਬਿਰਾਜੇ ਹੋਏ ਹੋ। ਕਹੋ ਪ੍ਰਭੂ ਅਬ ਕਿਆ ਚਿਤਰ ਚਾਹੋ। ਮਹਾਰਾਜ ਜੀ ਸਾਨੂੰ ਆਗਿਆ ਦੇਵੋ, ਹੁਣ ਆਪ ਜੀ ਕੀ ਚਾਹੁੰਦੇ ਹੋ, ਕੀ ਮਨ ਹੈ ਆਪ ਜੀ ਦਾ? ਸੁਨ ਸ੍ਰੀ ਹਰਿ ਗੋਬਿੰਦ ਉਚਾਰਾ। ਤੇ ਮਹਿਮਾ ਦੇ ਮਾਲਕ ਸ੍ਰੀ ਕਹੀਏ ਸਭ ਤੋਂ ਸਨਮਾਨਯੋਗ, ਹਰੀ ਕਹੀਏ ਪਰਮਾਤਮਾ ਗੋਬਿੰਦ ਸੰਸਾਰ ਨੂੰ ਪੈਦਾ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਇਸ ਤਰ੍ਹਾਂ ਪਾਵਨ ਬਚਨ ਆਖਿਆ, ਜੋ ਚਿਤ ਚਹਿ ਕਰਨ ਹਮਕਾਰਾ। ਮਹਾਰਾਜ ਕਹਿਣ ਲੱਗੇ ਵਿਧੀ ਚੰਦਾ ਜੋ ਸਾਡਾ ਮਨ ਕਰਨਾ ਚਾਹੁੰਦਾ ਹੈ ਸੋ ਭੁਨ ਸਾਰ ਪਏ ਤੇ ਹੋਏ। ਉਹ ਹੁਣ ਇਸ ਵੇਲੇ ਕਰਨਾ ਨਹੀਂ ਹੈ, ਸਵੇਰਾ ਹੋਵੇਗਾ ਤੇ ਹੋਵੇਗਾ। ਅਬ ਡੇਰੇ ਗਮਨੋ ਸਭ ਕੋਏ। ਹੁਣ ਇਸ ਵੇਲੇ ਸਾਰੇ ਆਪਣੇ ਡੇਰੇ ਚਲੋ। ਕੋ ਸਿੱਖ ਕਾਇਲ ਹੋ ਰਣ ਵਿਸੈ। ਔਰ ਜਿਹੜੇ ਸਿੱਖ ਇੱਥੇ ਮੈਦਾਨੇ ਜੰਗ ਵਿੱਚ ਘਾਇਲ ਹੋਏ ਹਨ, ਕਰਹੁ ਸੰਭਾਰਨ ਆਨਹੁ ਤਿਸੈ। ਉਹਨਾਂ ਘਾਇਲਾਂ ਨੂੰ ਜਿਹੜੇ ਸ਼ਹੀਦ ਨਹੀਂ ਹੋਏ ਪਰ ਜ਼ਖਮੀ ਹੋ ਗਏ ਹਨ, ਉਹਨਾਂ ਨੂੰ ਭਾਲ ਕੇ ਲੱਭ ਕੇ ਨਾਲ ਲਿਆਓ ਤਾਂ ਕਿ ਇਲਾਜ ਹੋ ਸਕੇ। ਅਸ ਕੈ ਸਤਿਗੁਰ ਨਹਿ ਲੀਨ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਘੋੜਾ ਲਿਆ ਹੈ। ਭਏ ਅਰੂਡਨ ਪਿਆਨੋ ਕੀਰ। ਘੋੜੇ ਤੇ ਬਿਰਾਜਮਾਨ ਹੋ ਕੇ ਤਿਆਰੀ ਕੀਤੀ ਹੈ ਡੇਰੇ ਜਾਣ ਦੀ। ਨਿਜ ਡੇਰੇ ਕੋ ਚੱਲ ਕਰ ਆਏ। ਆਪਣੇ ਟਿਕਾਣੇ ਤੇ ਸਾਹਿਬ ਆ ਪਹੁੰਚੇ ਹਨ। ਵਿਧਿਏ ਘਾਇਲ ਸਿੱਖ ਉਠਵਾਏ। ਤੇ ਬਹਾਦਰ ਬਾਬਾ ਵਿਧੀ ਚੰਦ ਜੀ ਨੇ ਜ਼ਖਮੀ ਸਿੱਖਾਂ ਨੂੰ
ਉਠਵਾ ਲਿਆ ਹੈ। ਸਭ ਰਣ ਖੇਤ ਖੋਜ ਕਰ ਆਛੇ। ਔਰ ਇਸ ਤਰ੍ਹਾਂ ਦੇ ਨਾਲ ਚੰਗੀ ਤਰ੍ਹਾਂ ਲੱਭ ਕੇ ਮੈਦਾਨ ਵਿੱਚ ਜ਼ਖਮੀਆਂ ਨੂੰ ਸਨੈ ਸਨੈ ਆਵਤ ਪਾਛੇ। ਉਹ ਹੌਲੀ ਮਹਾਰਾਜ ਜੀਆਂ ਦੇ ਪਿੱਛੇ ਜ਼ਖਮੀਆਂ ਨੂੰ ਲੈ ਕੇ ਆ ਰਹੇ ਹਨ। ਆਏ ਸਿਵਰ ਮੈਂ ਆਨੰਦ ਵਧਾਏ। ਔਰ ਇਸ ਤਰ੍ਹਾਂ ਆਨੰਦ ਦਾ ਸਮਾਂ ਬਣਿਆ ਡੇਰੇ ਵਿੱਚ, ਜਿੱਥੇ ਮਹਾਰਾਜ ਜੀ ਦਾ ਟਿਕਾਣਾ ਹੈ ਸ੍ਰੀ ਦਮਦਮਾ ਸਾਹਿਬ, ਸ੍ਰੀ ਹਰਗੋਬਿੰਦਪੁਰ ਆ ਪਹੁੰਚੇ ਹਨ। ਤੁੰਦਬ ਫਤਿਹ ਕੇਰ ਬਜਵਾਏ। ਤੇ ਫਿਰ ਇੱਥੇ ਆ ਕੇ ਬਾਬਾ ਬਿਧੀ ਚੰਦ ਜੀ ਨੇ ਸਤਿਗੁਰੂ ਜੀ ਦੀ ਆਗਿਆ ਪਾ ਕੇ ਫਤਿਹ ਦਾ ਨਗਾਰਾ ਵਜਵਾ ਦਿੱਤਾ ਹੈ। ਸਭ ਕੀ ਕਰੀ ਸੰਭਾਰਨ ਡੇਰੇ। ਫਤਿਹ ਦਾ ਨਗਾਰਾ ਵੱਜਿਆ ਹੈ ਤੇ ਸਾਰੇ ਸਿੱਖ ਖੁਸ਼ੀ ਦੇ ਜੈਕਾਰੇ ਗਜਾਉਣ ਲੱਗ ਪਏ। ਆਪ ਵੀ ਸਾਰੇ ਇਸ ਫਤਿਹ ਦੇ ਜਸ਼ਨ ਵਿੱਚ ਸ਼ਾਮਲ ਹੁੰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਜੈਕਾਰ ਕਰਦਿਆਂ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦਾ ਜੰਗ ਫਤਿਹ ਹੋਇਆ ਹੈ। ਦੁਸ਼ਟ ਜੋ ਅੜ ਕੇ ਚੜ ਕੇ ਆਏ ਸਨ ਝੜ ਗਏ ਹਨ ਤੇ ਇਤਨੀ ਵੱਡੀ ਫਤਿਹ ਪ੍ਰਾਪਤ ਹੋਈ ਤੇ ਸਾਰੇ ਮਿਲ ਕੇ ਇੱਕ ਵੱਡਾ ਸਾਰਾ ਜੈਕਾਰਾ ਬੁਲਾਓ। ਇਸ ਤਰ੍ਹਾਂ ਨਾਲ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਜੈਕਾਰੇ ਗਜਾਉਣ ਦੀ ਆਗਿਆ ਦਿੱਤੀ। ਨਗਾਰੇ ਵੱਜ ਪਏ ਹਨ। ਸਭ ਕੀ ਕਰੀ ਸੰਭਾਰਨ ਡੇਰੇ। ਔਰ ਇਸ ਤਰ੍ਹਾਂ ਜਿਹੜੇ ਜ਼ਖਮੀ ਹਨ ਉਹਨਾਂ ਦੀ ਸੁਰਤ ਲਈ ਹੈ ਤੇ ਡੇਰੇ ਜਿਹੜੇ ਸਿੰਘ ਟਿਕੇ ਉਹਨਾਂ ਦੀ ਵੀ ਖਬਰ ਸੁਰਤ ਲਈ ਹੈ। ਖਾਨ ਪਾਨ ਕੋ ਕੀ ਦੀਨ ਕਨੇਰੇ। ਸਾਰਿਆਂ ਨੂੰ ਭੋਜਨ ਆਦਿਕ ਜੋ ਤਿਆਰ ਹੋਇਆ ਸੀ ਲੰਗਰ, ਉਹ ਸਾਰਾ ਦਿੱਤਾ ਗਿਆ ਹੈ। ਭਏ ਨਿਚਿੰਤ ਸ਼ਤਰੁਗਨ ਮਾਰੇ। ਸਾਰੇ ਹੁਣ ਨਿਸ਼ਚਿੰਤ ਨੇ ਵੀ ਵੱਡੇ ਗਿਣਤੀ ਵਿੱਚ ਪਹੁੰਚੇ ਹੋਏ ਸ਼ਤਰੂ ਮਾਰੇ ਗਏ ਹਨ। ਸੁਪਤ ਜਥਾ ਸੁਖ ਪੇ ਤਬ ਸਾਰੇ। ਔਰ ਇਸ ਤਰ੍ਹਾਂ ਸਾਰਿਆਂ ਨੇ ਸੁਖ ਦੀ ਨੀਂਦ ਮਹਾਰਾਜ ਦੀ ਆਗਿਆ ਪ੍ਰਾਪਤ ਕਰਕੇ ਲਈ ਹੈ। ਪਾਛਲ ਨਿਸਾ ਉਠੇ ਗਨ ਖਾਨੀ। ਫੇਰ ਸਾਰੇ ਅੰਮ੍ਰਿਤ ਵੇਲੇ ਉੱਠ ਪਏ ਹਨ। ਕੋਈ ਬਹਾਨਾ ਨਹੀਂ ਕੀਤਾ ਵੀ ਬੜੇ ਥੱਕੇ ਹੋਏ ਸੀ, ਅੱਜ ਰਹਿਣ ਦਿੰਦੇ ਆ, ਕੱਲ ਨੂੰ ਉੱਠ ਜਾਵਾਂਗੇ। ਤੇ ਗੁਨਾਹ ਦੀ ਖਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਉੱਠੇ ਹਨ। ਨਿਤ ਕੀ ਸੋਚ ਸਗਲ ਤਬ ਠਾਨੀ। ਔਰ ਇਸ ਤਰ੍ਹਾਂ ਦੇ ਨਾਲ ਗੁਰੂਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਿਤ ਕਿਰਿਆ ਇਸ਼ਨਾਨ ਆਦਿਕ ਕੀਤਾ ਹੈ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਸਾਰਿਆਂ ਨੇ ਬੜੀ ਇਕਾਗਰਤਾ ਨਾਲ ਸਰਵਣ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਸੰਗਤਾਂ ਬਹੁਤ ਸ਼ਰਧਾ ਸਤਿਕਾਰ ਸਹਿਤ ਤਖਤ ਸਾਹਿਬ ਜੀ ਦੇ ਨਿਰਮਾਣ ਕਾਰਜਾਂ ਲਈ ਖੁੱਲ੍ਹੇ ਦਿਲ ਨਾਲ ਮਾਇਆ ਭੇਜਦੀਆਂ ਪਈਆਂ ਨੇ। ਅੱਗੇ ਨਾਨਕਸਰ ਸ਼ਾਹੀ ਠਾਠ ਨਕੋਦਰ ਵਾਲੇ ਮਹਾਂਪੁਰਖਾਂ ਨੇ 26 ਲੱਖ ਰੁਪਇਆ ਪਹਿਲੇ ਭੇਜਿਆ, 1.25 ਲੱਖ ਰੁਪਇਆ ਇਹ 29 ਤਰੀਕ ਭੇਜਿਆ ਤੇ ਅੱਜ ਮੈਨੂੰ ਫੇਰ ਉਹਨਾਂ ਦਾ ਫੋਨ ਆਇਆ ਬਈ ਅਸੀਂ 50 ਲੱਖ ਰੁਪਇਆ ਹੋਰ ਭੇਜਾਂਗੇ, ਬਈ ਥੋੜ੍ਹੇ ਦਿਨ ਰੁਕ ਜਾਓ, ਹੈ ਮਾਹੌਲ ਥੋੜ੍ਹਾ ਜਿਹਾ ਠੀਕ ਹੋ ਜਾਏ। ਤਖਤ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸਮਰਪਿਤ ਹੁੰਦਿਆਂ ਸੰਗਤਾਂ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ। ਪ੍ਰਬੰਧਕਾਂ ਵੱਲੋਂ ਵੀ ਵੱਡੀਆਂ ਸ਼ਰਧਾ ਸਤਿਕਾਰ ਸਹਿਤ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ। 2 ਲੱਖ ਦਮੜਾ ਅੱਜ ਹੋਰ ਕਿਸੇ ਪ੍ਰੇਮੀ ਨੇ ਤਖਤ ਸਾਹਿਬ ਭੇਜਿਆ ਹੈ। ਇਸ ਤਰ੍ਹਾਂ ਵੱਖ-ਵੱਖ ਥਾਵਾਂ ਤੋਂ ਮਹਾਰਾਜ ਜੀ ਦੇ ਘਰ ਮਾਇਆ ਜਿਹੜੀ ਆ ਉਹ ਚੱਲਦੀ ਆ ਰਹੀ। ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਯਾਦ ਆ ਰਿਹਾ, ਜਿਹਦੇ ਵਿੱਚ ਆਪ ਫਰਮਾਨ ਕਰਦੇ ਨੇ, ਜੋ ਕਿਸ ਇੱਛ ਕਰੋ ਧਨ ਕੀ, ਚੱਲਿਓ ਧਨ ਦੇਸ਼ਨ ਦੇਸ਼ ਤੇ ਆਵੇ। ਬਈ ਜੇ ਅਸੀਂ ਇੱਛਾ ਕਰੀਏ ਤਾਂ ਦੁਨੀਆ ਭਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਧਨ ਆਪੇ ਚੱਲ ਕੇ ਆਈ ਜਾਂਦਾ, ਲੈਣ ਨਹੀਂ ਜਾਣਾ ਪੈਂਦਾ। ਤਾਂ ਇਹ ਕਲਾ ਪਾਤਸ਼ਾਹ ਦੀ ਵਰਤੀ ਪਈ ਹੈ। ਲੋੜਵੰਦਾਂ ਦਾ, ਮਰੀਜ਼ਾਂ ਦਾ ਬਹੁਤ ਪ੍ਰੇਮ ਸਹਿਤ ਤਖਤ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਇਹਨਾਂ ਦਿਨਾਂ ਵਿੱਚ ਬਹੁਤ ਬੇਸ਼ਕੀਮਤੀ ਜ਼ਿੰਦਗੀਆਂ ਵੀ ਇਹ ਕਰੋਨਾ ਮਹਾਮਾਰੀ ਵਿੱਚ ਸਾਡੇ ਕੋਲੋਂ ਰੁਖਸਤ ਹੋ ਗਈਆਂ ਹਨ, ਜਿਨ੍ਹਾਂ ਵਿੱਚ ਪਿਛਲੇ ਦਿਨੀ ਸੰਤ ਬਾਬਾ ਗੁਰਦੀਪ ਸਿੰਘ ਜੀ ਖੁਫੀਆ ਨਕਲਾਂ ਵਾਲੇ ਮਹਾਂਪੁਰਖ ਚਲਾਣਾ ਕਰ ਗਏ। ਇਹ 2 ਤਾਰੀਖ ਨੂੰ ਉਹਨਾਂ ਦਾ ਅੰਤਿਮ ਅਰਦਾਸ ਦਾ ਸਮਾਂ ਦਾਸ ਨੇ ਵੀ ਪਹੁੰਚਣਾ ਹੈ। ਇਸੇ ਤਰ੍ਹਾਂ ਬਹੁਤ ਪਵਿੱਤਰ ਆਤਮਾ
ਇਤਿਹਾਸ ਦੇ ਗੁਰਬਾਣੀ ਦੇ ਮਹਾਨ ਖੋਜੀ। ਉਹਨਾਂ ਵਰਗਾ ਸੇਵਕ ਲੱਭਿਆ ਨਹੀਂ ਜਾ ਸਕਦਾ। ਸੰਤ ਬਾਬਾ ਜਸਬੀਰ ਸਿੰਘ ਜੀ, ਬੀਰਾ ਬਾਬਾ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਸਮਰਪਿਤ ਹੋ ਗਏ। ਉਹਨਾਂ ਦਾ ਹਰ ਕਦਮ ਸੇਵਾ ਵਿੱਚ ਹੀ ਰਹਿੰਦਾ ਰਿਹਾ। ਪਟਨਾ ਸਾਹਿਬ ਦੀਆਂ ਸੰਗਤਾਂ ਉਹਨਾਂ ਨੂੰ ਬੇਇੰਤਹਾ ਸਤਿਕਾਰ ਭੇਟ ਕਰਦੀਆਂ। ਅਸੀਂ ਉਹਨਾਂ ਨੂੰ ਬੇਇੰਤਹਾ ਸਤਿਕਾਰ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ, ਸਰਦੀਆਂ ਦੇ ਦਿਨਾਂ 'ਚ ਮੈਂ ਉਹਨਾਂ ਨੂੰ ਦੇਖਿਆ ਬਈ ਨੰਗੇ ਪੈਰੀਂ ਹੀ ਸੇਵਾ ਕਰ ਰਹੇ, ਇੱਕੋ ਹੀ ਕੁੜਤੀ ਪਾਈ ਹੋਈ ਤੇ ਸੇਵਾ ਕਰ ਰਹੇ ਨੇ। ਗਰਮੀਆਂ ਦੇ ਦਿਨਾਂ ਵਿੱਚ ਵੀ ਉਹੀ ਮੋਟੇ ਖੱਦਰ ਦੇ ਬਸਤਰ, ਕੁੜਤੀ ਪਾਈ ਹੋਈ ਸੇਵਾ ਕਰ ਰਹੇ, ਸਦਾ ਝੁਕ ਕੇ। ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਗੁਰੂ ਆਪਣੇ ਪੰਥ ਵਿੱਚ ਹੋਰ ਭੇਜੇ ਤੇ ਹੋਰ ਸੇਵਾਵਾਂ ਕਰਕੇ। ਇਹ ਜਿਹੜੇ ਮਹਾਂਪੁਰਖ ਹੁੰਦੇ ਨੇ, ਇਹ ਗੁਰੂ ਦਾ ਹੀ ਰੂਪ ਹੁੰਦੇ ਨੇ ਸਾਧ ਸੰਗਤ। ਇਹਨਾਂ ਵਿੱਚ ਫਰਕ ਕੋਈ ਨਹੀਂ ਆਉਂਦਾ। ਮੈਂ ਕਾਰ ਸੇਵਾ ਵਾਲੇ ਬਹੁਤ ਸਾਰੇ ਮਹਾਂਪੁਰਖਾਂ ਨੂੰ ਜਾਣਦਾ। ਸੰਤ ਬਾਬਾ ਫੌਜਾ ਜੀ ਸਿੰਘ ਜੀ ਸਨ, ਨਾਨਕ ਮਤਾ ਨਾਨਕਪੁਰੀ ਵੱਡੀ ਸੇਵਾ ਕਰਵਾਉਂਦੇ ਰਹੇ। ਸੰਤ ਬਾਬਾ ਕਰਨੈਲ ਸਿੰਘ ਜੀ, ਇਸੇ ਤਰ੍ਹਾਂ ਸੰਤ ਬਾਬਾ ਟਹਿਲ ਸਿੰਘ ਜੀ ਬੜੇ ਵੱਡੇ ਜੀਵਨ ਵਾਲੇ ਸਨ। ਉਹਨਾਂ ਦਾ ਜੀਵਨ ਵੀ ਨਿਰਾਲਾ। ਸੰਤ ਬਾਬਾ ਹਰਬੰਸ ਸਿੰਘ ਜੀ, ਸੰਤ ਬਾਬਾ ਕਰਨੈਲ ਸਿੰਘ ਜੀ, ਇਹ ਮਹਾਂਪੁਰਖ ਦੇ ਦਰਸ਼ਨ ਮੈਨੂੰ ਨਸੀਬ ਹੋਏ। ਦੇਖਿਆ ਬੜੀ ਨਿਰਮਾਣਤਾ, ਬੜਾ ਪ੍ਰੇਮ। ਸੰਤ ਬਾਬਾ ਕਰਨੈਲ ਸਿੰਘ ਜੀ ਵੀ ਬੜੀ ਨਿਮਰਤਾ, ਬੜਾ ਪ੍ਰੇਮ ਵਾਲੇ, ਤੇ ਕਦੀ ਕਦੀ ਦਿਖਾਵੇ ਲਈ ਖੁੰਡਾ ਵੀ ਮਾਰ ਦਿੰਦੇ ਹੁੰਦੇ ਸੀ। ਤੇ ਇੱਕ ਦੋ ਖੁੰਡੇ ਉਹਨਾਂ ਕੋਲੋਂ ਮੈਨੂੰ ਵੀ ਖਾਣ ਦਾ ਸੁਭਾਗ ਮਿਲਿਆ ਹੈ। ਦਿੱਲੀ ਸੇਵਾ ਕਰਾਉਂਦੇ ਸਨ। ਇਸ ਤਰ੍ਹਾਂ ਬਾਬਾ ਜਾਗੀਰ ਸਿੰਘ ਜੀ ਫਤਿਹਗੜ੍ਹ ਸਾਹਿਬ, ਹੋਰ ਮਹਾਂਪੁਰਖ। ਮੇਰਾ ਖਿਆਲ ਹੈ ਵੀ ਆਪਾਂ ਜੇ 1 ਮਹੀਨਾ ਲਗਾਤਾਰ ਅਸਥਾਨਾਂ ਨੂੰ ਗਿਣਦੇ ਰਹੀਏ ਤੇ ਅਸਥਾਨ ਗਿਣੇ ਨਹੀਂ ਜਾਣੇ ਜਿੱਥੇ ਜਿੱਥੇ ਇਹਨਾਂ ਮਹਾਂਪੁਰਖਾਂ ਨੇ ਸੇਵਾ ਕੀਤੀ। ਸ਼੍ਰੀਮਾਨ ਬਹੁਤ ਵਡਿਆਈ ਮਹਾਰਾਜ ਨੇ ਬਖਸ਼ੀ ਬਾਬਾ ਜਗਤਾਰ ਸਿੰਘ ਜੀਆਂ ਨੂੰ ਪੁੱਛ ਲਓ, ਇਹ ਵੀ ਸ਼ਾਇਦ ਗਿਣ ਨਹੀਂ ਸਕਣਗੇ ਬਈ ਕਿੰਨੇ ਥਾਵਾਂ 'ਤੇ ਕਾਰ ਸੇਵਾ ਚੱਲਦੀ ਪਈ ਹੈ। ਉਹ ਮਹਾਂਪੁਰਸ਼ਾਂ ਨੂੰ ਸਾਰੇ ਤਾਰੀਖ ਬਣਾ ਕੇ ਮਿਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਫਿਰ ਸਾਰਾ ਦਿਨ ਸਮਾਪਤੀ ਤੋਂ ਬਾਅਦ ਬਾਬਾ ਬੀਰਾ ਜੀਆਂ ਦੀ ਯਾਦ ਵਿੱਚ ਤਖਤ ਸਾਹਿਬ ਦੀਵਾਨ ਸੱਜਣਗੇ। ਮਹਾਂਪੁਰਸ਼ਾਂ ਨਾਲ ਵਿਚਾਰ ਕਰ ਲਈ ਜਾਏਗੀ। ਪ੍ਰਬੰਧਕ ਮਿਲ ਕੇ ਇੱਕ ਤਾਰੀਖ ਨਿਰਧਾਰਿਤ ਕਰ ਲੈਣਗੇ। ਉਹਨਾਂ ਨੂੰ ਹੁਣੇ ਹੀ ਮੈਂ ਨਾਲੇ ਬੇਨਤੀ ਕਰਾਂਗਾ ਦਰਦੀ ਜੀ ਨੂੰ, ਟਾਈਮ TV ਚੜ੍ਹਦੀ ਕਲਾ ਵਾਲਿਆਂ ਨੂੰ, ਵੀ ਸਾਨੂੰ ਅੱਜ ਥੋੜ੍ਹਾ ਜਿਹਾ 10 ਮਿੰਟ ਦਾ ਸਮਾਂ ਹੋਰ ਦੇ ਦੇਣ ਤੇ ਮਹਾਂਪੁਰਸ਼ਾਂ ਦਾ ਸਨਮਾਨ ਹੋ ਸਕੇ। ਅੱਜ ਇੰਨੇ ਹੀ ਵਚਨ ਪ੍ਰਵਾਨ ਕਰਨਾ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਬਖਸ਼ ਦੇਣਾ। ਸਤਿਗੁਰੂ ਪਾਤਸ਼ਾਹ ਜੀ ਦੇ ਦਰੋਂ ਮਿਲਣ ਵਾਲੀ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਾਉਣੀ ਹੈ। ਪਰ ਪੇਸ਼ਤਰ 2 ਮਿੰਟ ਸਭ ਨੇ ਮਹਾਮੰਤਰ ਗੁਰਮੰਤਰ ਦੇ ਜਾਪ ਕਰਨੇ ਹਨ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।